ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਚੌਥਾ। ਘਰ ਦੂਜਾ ਸ਼ੰਤ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਮੁੰਦ ਇਆਣੀ ਪਈੜੈ, ਕਿਉ ਕਰ ਹਰ ਦਰਸ਼ਨ ਪਿਖੈ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸੋਹਰੜੈ ਕੰਮ ਸਿਖੈ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 78 ਔਰ 79 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹ ਪਾਵਨ ਬਚਨ ਜਿਨ੍ਹਾਂ ਦੇ ਵਿੱਚ ਸਤਿਗੁਰੂ ਜੀ ਨੇ ਵਿਆਹ ਦਾ ਦ੍ਰਿਸ਼ਟਾਂਤ ਜਿਹੜਾ ਹੈ ਉਹ ਲਿਆ, ਪਰ ਜਿਹੜਾ ਮਿਲਾਪ ਹੈ ਉਹ ਅਕਾਲ ਪੁਰਖ ਪਰਮੇਸ਼ਵਰ ਰੂਪੀ ਪਤੀ ਦਾ ਜ਼ਿਕਰ ਕਰ ਰਹੇ। ਉਹਦੇ ਮਿਲਾਪ ਸਦਕਾ ਜੀਵਨ ਵਿੱਚ ਉਪਜੇ ਗੁਣ, ਜੀਵਨ ਵਿੱਚ ਪੈਦਾ ਹੋਏ ਸੁੱਖ, ਉਹਨਾਂ ਦਾ ਜ਼ਿਕਰ ਕੀਤਾ। ਔਰ ਉਸ ਦੇ ਮਿਲਾਪ ਤੋਂ ਪਹਿਲਾਂ ਦੀ ਜਿਹੜੀ ਹਾਲਤ ਹੈ, ਉਹਨਾਂ ਹਾਲਾਤਾਂ ਨੂੰ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਬਿਆਨ ਕਰ ਰਹੇ ਨੇ। ਸਭ ਤੋਂ ਪਹਿਲਾਂ ਸਾਹਿਬ ਨੇ ਜ਼ਿਕਰ ਕੀਤਾ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ੰਤ। ਸ੍ਰੀ ਰਾਗ ਰਾਗ ਦਾ ਨਾਮ ਹੈ। ਚੌਥੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਪਾਵਨ ਬੋਲ ਨੇ। ਔਰ ਸ਼ੰਤ ਦਾ ਜਦੋਂ ਜ਼ਿਕਰ ਕੀਤਾ ਤੇ ਸ਼ੰਤ ਜਿਹੜਾ ਹੈ ਇਹ ਇੱਕ ਕਾਵ ਦੀ ਕਿਸਮ ਹੈ, ਰਚਨਾ ਦੀ ਕਿਸਮ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਉਹ ਅਕਾਲ ਪੁਰਖ ਪਰਮੇਸ਼ਵਰ ਇੱਕ ਹੈ, ਸਦੀਵ ਸਾਰਿਆਂ ਦੇ ਵਿੱਚ ਵਿਆਪਕ ਹੈ, ਸਦਾ ਕਾਇਮ ਰਹਿਣ ਵਾਲਾ ਹੈ ਔਰ ਮਿਲਦਾ ਉਹ ਗੁਰੂ ਕੀ ਰਹਿਮਤ ਸਦਕਾ, ਗੁਰੂ ਕੀ ਕਿਰਪਾ ਦੇ ਸਦਕਾ ਹੈ। ਫਿਰ ਬਾਪੂ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਾਵਨ ਬਚਨ ਆਖੇ, ਕਹਿੰਦੇ ਮੁੰਦ, ਮੁੰਦ ਕਹਿੰਦੇ ਇਸਤਰੀ ਨੂੰ,
ਇਆਣੀ ਜਿਹੜੀ ਅਣਜਾਣ ਹੈ। ਪਈੜ ਹੈ, ਪਈੜ ਹੈ ਤੋਂ ਭਾਵ ਇਹ ਪੇਕਾ ਘਰ ਜਿਹੜਾ। ਕਿਉਂ ਕਰ ਹਰ ਦਰਸ਼ਨ ਪਿਖੈ, ਕਹਿੰਦੇ ਇਸ ਪੇਕੇ ਘਰ ਦੇ ਵਿੱਚ ਰਹਿੰਦੀ ਹੋਈ ਜਿਹੜੀ ਇਆਣੀ ਜੀਵ ਇਸਤਰੀ ਹੈ, ਉਹ ਆਪਣੇ ਹਰੀ ਦੇ, ਆਪਣੇ ਪਰਮੇਸ਼ਵਰ ਦੇ, ਆਪਣੇ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਪੇਖ ਸਕਦੀ ਹੈ। ਜੇ ਹੁਣ ਉਹਦੇ ਦਰਸ਼ਨ ਪੇਖਣੇ ਨੇ ਤੇ ਉਹਦੇ ਦਰਸ਼ਨਾਂ ਵਾਸਤੇ ਨਾਲ ਜ਼ਿਕਰ ਕੀਤਾ, ਕਹਿੰਦੇ ਹਰ ਹਰ ਆਪਣੀ ਕਿਰਪਾ ਕਰੇ। ਜੇ ਕਿਤੇ ਉਹ ਪਰਮੇਸ਼ਵਰ ਆਪ, ਪਤੀ ਰੂਪ ਪਰਮੇਸ਼ਵਰ ਜਿਹੜਾ ਹੈ, ਉਹ ਆਪ ਕਿਰਪਾ ਕਰਦੇ, ਆਪ ਪ੍ਰਸੰਨ ਹੋ ਜਾਏ। ਗੁਰਮੁਖ ਸਾਹੁਰੜੈ ਕੰਮ ਸਿੱਖੈ। ਫਿਰ ਜੀਵ ਇਸਤਰੀ ਕੀ ਕਰਦੀ ਹੈ ਕਿ ਗੁਰੂ ਦੇ ਰਾਹੀਂ, ਗੁਰੂ ਦੇ ਗਿਆਨ ਸਦਕਾ ਸਾਹੁਰੜੈ ਕੰਮ ਸਿੱਖੈ, ਆਪਣੇ ਸਹੁਰੇ ਘਰ ਵਾਸਤੇ ਕੰਮ ਜਿਹੜੇ ਉਹ ਸਿੱਖਦੀ ਹੈ। ਗੁਰੂ ਦੇ ਕੋਲੋਂ ਕੀ ਲੈਂਦੀ ਹੈ? ਗਿਆਨ। ਗੁਰੂ ਕੋਲੋਂ ਕੀ ਲੈਂਦੀ? ਗੁਣ। ਗੁਰੂ ਕੋਲੋਂ ਸ਼ੁਭ ਗੁਣ, ਗੁਰੂ ਕੋਲੋਂ ਗਿਆਨ, ਗੁਰੂ ਦੇ ਕੋਲੋਂ ਕਾਰਜ ਸਿੱਖਦੀ ਹੈ। ਇਹ ਜੀਵ ਇਸਤਰੀ ਹੈ। ਪਹਿਲਾਂ ਤੇ ਜ਼ਿਕਰ ਕੀਤਾ ਵੀ ਅਸੀਂ ਉਹਦੇ ਦਰਸ਼ਨ, ਉਹਦੇ ਦੀਦਾਰ ਜਿਹੜੇ ਨੇ ਉਹਨੂੰ ਕਿਵੇਂ ਪੇਖਣਾ ਹੈ। ਔਰ ਜਦੋਂ ਦਰਸ਼ਨ ਪੇਖਣ ਦੀ ਵਾਰੀ ਆਈ ਤੇ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਜ਼ਿਕਰ ਕਰਦਿਆਂ ਕਹਿੰਦੇ ਵੀ ਉਹਨੂੰ ਵੇਖਣਾ ਤੇ ਖਿਆਲ ਰੱਖੀ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪੀਰੀ। ਉਹ ਅੱਖਾਂ ਕੋਈ ਹੋਰ ਨੇ। ਤੇ ਜਦੋਂ ਉਹਨਾਂ ਨੇਤਰਾਂ ਦਾ ਜ਼ਿਕਰ ਕੀਤਾ ਤੇ ਸਾਹਿਬ ਕਹਿੰਦੇ ਵੀ ਆਪਣੀ ਸੁਰਤ ਦੀਆਂ ਅੱਖਾਂ ਬਣਾ। ਜੇ ਉਹਦੇ ਦਰਸ਼ਨ ਵੇਖਣਾ ਚਾਹੁੰਦਾ ਹੈ, ਜਾਂ ਜੀਵ ਇਸਤਰੀ ਹੈ ਉਹਦੇ ਦਰਸ਼ਨ ਵੇਖਣਾ ਚਾਹੁੰਦੀ ਹੈ, ਤੇ ਫਿਰ ਆਪਣੇ ਲੋਇਣ ਜਿਹੜੇ ਨੇ ਉਹ ਆਪਣੀ ਸੁਰਤ ਨੂੰ ਬਣਾ, ਜਾਂ ਇਉਂ ਕਹਿ ਲਓ ਵੀ ਆਪਣੀ ਸੁਰਤ ਨੂੰ ਆਪਣੀਆਂ ਅੱਖਾਂ, ਆਪਣੇ ਲੋਇਣ ਬਣਾ ਲਾ। ਜੇ ਉਹਦੇ ਦਰਸ਼ਨ ਪੇਖਣੇ ਨੇ ਜਾਂ ਉਹਨੂੰ ਵੇਖਣਾ, ਉਹਨੂੰ ਡਿੱਠਣਾ ਹੈ। ਔਰ ਸਤਿਗੁਰੂ ਜੀ ਨੇ, ਕਿਉਂਕਿ ਜਦੋਂ ਪੇਕੇ ਪਰਿਵਾਰ ਦੇ ਵਿੱਚ ਇਸਤਰੀ ਰਹਿ ਰਹੀ ਹੈ, ਉਦੋਂ ਸਵਾਲ ਤੇ ਖੜਾ ਨਾ ਵੀ ਪੇਕੇ ਪਰਿਵਾਰ ਵਿੱਚ ਰਹਿ ਕੇ ਉਹ ਆਪਣੇ ਪਰਮੇਸ਼ਵਰ ਰੂਪ ਪਤੀ ਜਾਂ ਪਤੀ ਰੂਪ ਪਰਮੇਸ਼ਵਰ ਦੇ ਦਰਸ਼ਨ ਕਿਵੇਂ ਕਰੇ। ਸਵਾਲ ਸਾਡੇ ਸਾਹਮਣੇ। ਪਰ ਇਹ ਨਹੀਂ ਵੀ ਹੁਣ ਉਹ ਪੇਕੇ ਪਰਿਵਾਰ ਵਿੱਚ ਰਹਿ ਕੇ ਤੇ ਆਪਣੇ ਪਤੀ ਦੇ ਦਰਸ਼ਨ, ਜੇ ਆਪਾਂ ਸੰਸਾਰਕ ਤੌਰ ਤੇ ਵੀ ਵੇਖਦੇ ਹਾਂ ਤੇ ਪੇਕੇ ਪਰਿਵਾਰ ਦੇ ਵਿੱਚ ਰਹਿ ਕੇ ਇਸਤਰੀ ਆਪਣੇ ਪਤੀ ਨੂੰ ਵੇਖ ਨਹੀਂ ਸਕਦੀ। ਹੁਣ ਜੇ ਉਹ ਵੇਖਣਾ ਚਾਹੁੰਦੀ ਹੈ ਤੇ ਉਹਦੇ ਲਈ ਜਾਂ ਤੇ ਪਤੀ ਨੂੰ ਚੱਲ ਕੇ ਉਹਦੇ ਪਾਸ ਜਾਣਾ ਪਏਗਾ, ਤੇ ਜਾਂ ਉਹਨੂੰ ਚੱਲ ਕੇ ਆਪਣੇ ਪਤੀ ਪਾਸ ਹੋਣਾ ਪਏਗਾ। ਹੁਣ ਪੇਕੇ ਘਰ ਦੇ ਵਿੱਚ ਜਦੋਂ ਵੇਖਣ ਦੀ ਵਾਰੀ ਆਈ ਤੇ ਸਤਿਗੁਰੂ ਕਹਿੰਦੇ, ਸੱਜਣਾ ਭਲਿਆ ਜੀਵ ਇਸਤਰੀਏ, ਤੂੰ ਤਾਂ ਹੀ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਵੇਖ ਸਕਦੀ ਹੈ, ਜਾਂ ਉਹਨਾਂ ਦੇ ਦਰਸ਼ਨ ਪੇਖ ਸਕਦੀ ਹੈ, ਉਹਨਾਂ ਦਾ ਮਿਲਾਪ ਹਾਸਲ ਕਰ ਸਕਦੀ ਹੈ, ਜੇ ਕਿਤੇ ਉਹ ਆਪ ਤਰੁੱਠ ਕੇ ਤੈਨੂੰ ਆਪਣਾ ਮਿਲਾਪ ਬਖਸ਼ ਦੇ। ਜਿਹਨੂੰ ਸਤਿਗੁਰੂ ਜੀ ਨੇ ਜਦੋਂ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ ਨਾ, ਤੇ ਗੁਰੂ ਅਰਜਨ ਸਾਹਿਬ ਜੀ ਆਖਦੇ, ਕਹਿੰਦੇ ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਹੁਣ ਦਰਸ਼ਨਾਂ ਦੀ ਲਾਲਸਾ ਹੈ, ਤੇ ਜਦੋਂ ਦੀਦਾਰਾਂ ਦੀ ਲਾਲਸਾ ਦੀ ਬਾਤ ਆਉਂਦੀ, ਭਗਤ ਕਬੀਰ ਸਾਹਿਬ ਕਹਿੰਦੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ, ਉਸਾਸਾ ਉਰ ਨਾ ਭਿਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ, ਉੱਡੋ ਨਾ ਕਾਗਾ ਕਾਰੇ, ਬੇਗ ਮਿਲੀਜੈ ਆਪਣੇ ਰਾਮ ਪਿਆਰੇ। ਔਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਜੈਤਸਰੀ ਕੀ ਵਾਰ, ਜੈਤਸਰੀ ਰਾਗ ਜਦੋਂ ਆਪਾਂ ਪੜ੍ਹਦੇ ਹਾਂ, ਜੈਤਸਰੀ ਰਾਗ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਸ਼ੰਤ ਰੂਪ ਵਿੱਚ ਹੀ ਇੱਕ ਪਾਵਨ ਬਚਨ ਹੈ, ਜਿੱਥੇ ਗੁਰੂ ਸਾਹਿਬ ਜ਼ਿਕਰ ਕਰਦੇ ਆ, ਆਖਦੇ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਆਨੰਦ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹਉ
ਫਿਰੋਂ ਖੋਜੰਤੀਆ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤਿਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਕਿਉਂ ਕਰ ਹਰ ਦਰਸ਼ਨ ਪਿਖੈ। ਕਿਵੇਂ ਅਸੀਂ ਦਰਸ਼ਨ ਵੇਖ ਸਕਦੇ ਹਾਂ? ਅਸੀਂ ਦਰਸ਼ਨ ਉਹਦੇ ਕਿਵੇਂ ਕਰ ਸਕਦੇ ਹਾਂ? ਔਰ ਜਿਸ ਵਕਤ ਸਤਿਗੁਰੂ ਜੀ ਕੀ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਲਾਲਸਾ ਤੇ ਧਰਮ ਨੂੰ ਮੰਨਣ ਵਾਲਾ ਜਾਂ ਧਰਮ ਉੱਤੇ ਭਰੋਸਾ ਰੱਖਣ ਵਾਲਾ, ਜਿਹਨੂੰ ਆਪਾਂ ਆਸਤਿਕ ਕਹਿ ਸਕਦੇ ਹਾਂ, ਉਹ ਹਰ ਬੰਦਾ ਆਪਣੇ ਮਨ ਵਿੱਚ ਇੱਕ ਲਾਲਸਾ ਰੱਖੀ ਬੈਠਾ ਕਿ ਮੈਨੂੰ ਰੱਬ ਜੀ ਦੇ ਦਰਸ਼ਨ ਹੋਣ, ਦੀਦਾਰ ਹੋਣ। ਪਰ ਅਫਸੋਸ ਇਸ ਗੱਲ ਦਾ ਹੈ ਵੀ ਇੱਛਾ ਰੱਖੀ ਬੈਠਾ ਹੈ, ਪਰ ਵੇਖਣ ਦਾ ਕਦੇ ਯਤਨ ਨਹੀਂ ਕੀਤਾ, ਵੇਖਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਫਿਰ ਬਾਤ ਇਹ ਹੈ ਵੀ ਉਹਨੂੰ ਵੇਖੀਏ ਕਿੱਥੇ, ਅਸੀਂ ਉਹਨੂੰ ਖੋਜੀਏ ਕਿੱਥੇ, ਉਹਨੂੰ ਮਿਲੀਏ ਕਿੱਥੇ, ਉਹਦਾ ਮਿਲਾਪ ਅਸੀਂ ਕਿਵੇਂ ਹਾਸਲ ਕਰੀਏ। ਜਦੋਂ ਸਾਹਿਬ ਜੀ ਕੀ ਬਾਣੀ ਪੜ੍ਹਦੇ ਆ, ਭਗਤ ਕਬੀਰ ਸਾਹਿਬ ਕਹਿੰਦੇ ਵੀ ਤੂੰ ਵੇਖਣਾ ਚਾਹੁੰਦਾ ਤੇ ਆਪਣੀ ਜ਼ਿੰਦਗੀ ਵਿੱਚ ਖਿਆਲ ਕਰ, ਉਹ ਨੇਰੇ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਤੇਰੇ ਅੰਦਰ ਹੀ ਬੈਠਾ, ਜਿਹਨੂੰ ਤੂੰ ਵੇਖਣਾ ਚਾਹੁੰਦੀ ਹੈ ਜੀਵ ਇਸਤਰੀਏ, ਜਾਂ ਜਿੰਦੇ ਦਰਸ਼ਨਾਂ ਦੀ ਲਾਲਸਾ ਤੂੰ ਆਪਣੇ ਜੀਵਨ ਵਿੱਚ ਧਰੀ ਹੈ, ਰੱਖੀ ਹੈ, ਉਹ ਹੈ ਕਿੱਥੇ? ਤੇਰੇ ਅੰਦਰ। ਤੇ ਅੰਦਰ ਕਦੋਂ ਵੇਖੇਗਾ? ਜਦੋਂ ਆਪਣੇ ਆਪੇ ਦੀ ਪੜਚੋਲ ਕਰੇਗਾ, ਆਪਣੇ ਆਪੇ ਨੂੰ ਖੋਜੇਗਾ। ਆਪਣੇ ਆਪੇ ਨੂੰ ਖੋਜੇਗੀ ਜੀਵ ਇਸਤਰੀ ਤੇ ਅੰਦਰੋਂ ਨਜ਼ਰੀ ਪਏਗਾ। ਪਰ ਬਾਤ ਕੀ ਹੈ ਵੀ ਜੀਵ ਇਸਤਰੀ ਨੇ ਆਪਣਾ ਆਪਾ ਨਹੀਂ ਖੋਜਿਆ, ਬਾਹਰੋਂ ਲੱਭਦੀ ਫਿਰਦੀ, ਬਾਹਰੋਂ ਖੋਜ ਰਹੀ ਹੈ। ਹੁਣ ਬਾਹਰੋਂ ਰੱਬ ਨੂੰ ਲੱਭਣ ਵਾਸਤੇ ਅੱਜ ਦੇ ਟਾਈਮ ਵਿੱਚ ਕਿੰਨੇ ਯਤਨ ਕੀਤੇ ਜਾ ਰਹੇ ਨੇ। ਜਦੋਂ ਆਪਾਂ ਸਮਾਜ ਤੇ ਝਾਤ ਮਾਰ ਕੇ ਵੇਖਾਂਗੇ ਤੇ ਅੱਜ ਦੇ ਸਮੇਂ ਵਿੱਚ ਰੱਬ ਜੀ ਨੂੰ ਵੇਖਣ ਵਾਸਤੇ ਬਾਹਰੀ ਤੌਰ ਦੇ ਉੱਤੇ ਕਿੰਨੇ ਯਤਨ ਤੇ ਕਿੰਨੇ ਤਰੀਕੇ ਵਰਤੇ ਜਾ ਰਹੇ ਹੈ ਗਿਣਤੀ। ਪਰ ਉਹਨਾਂ ਯਤਨਾਂ ਤੇ ਉਹਨਾਂ ਤਰੀਕਿਆਂ ਦੇ ਵਿੱਚੋਂ ਇੱਕ ਵੀ ਤਰੀਕਾ ਐਸਾ ਹੋਵੇ ਜਿੱਥੇ ਇਹ ਦਰਸਾਇਆ ਹੋਵੇ ਵੀ ਏਦਾਂ ਨਹੀਂ, ਅੰਦਰ ਝਾਤ ਮਾਰ, ਆਪਣੇ ਅੰਦਰ ਵੇਖ, ਫਿਰ ਨਜ਼ਰੀ ਪਏਗਾ। ਹੁਣ ਸਤਿਗੁਰੂ ਜੀ ਕੀ ਇੱਕ ਪਾਵਨ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ, ਗੁਰੂ ਸਾਹਿਬ ਕਹਿੰਦੇ ਵੀ ਉਹਾਂ ਤਉ ਜਾਈਏ ਜਾਓ, ਇਹਾਂ ਨਾ ਹੋਏ। ਮੈਂ ਖੋਜਣ ਤੇ ਤਾਂ ਜਾਵਾਂ ਜੇ ਮੇਰੇ ਕੋਲ ਨਾ ਹੋਵੇ। ਜਿਸ ਵਸਤੂ ਨੂੰ ਅਸੀਂ ਘਰ ਤੋਂ ਬਾਹਰ ਖੋਜਣ ਲੱਗ ਜਾਈਏ, ਉਹਨੂੰ ਕਦੇ ਘਰ ਵਿੱਚ ਨਹੀਂ ਖੋਜਿਆ। ਤੇ ਜਿਹੜੀ ਵਸਤੂ ਸਾਨੂੰ ਘਰ ਵਿੱਚੋਂ ਮਿਲ ਜਾਏ, ਉਹਨੂੰ ਬਾਹਰ ਖੋਜਣ ਦਾ ਕਦੇ ਯਤਨ ਕੀਤਾ ਹੀ ਨਹੀਂ। ਇੱਕ ਵਸਤੂ ਹੈ ਜਿਹੜੀ ਸਾਡੇ ਕੋਲ ਘਰ ਵਿੱਚ ਅਵੇਲੇਬਲ ਨਹੀਂ, ਜਾਂ ਘਰ ਵਿੱਚ ਅਸੀਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਅਸੀਂ ਬਾਹਰੋਂ ਲੈ ਆਏ। ਜਿਹੜੀ ਵਸਤੂ ਬਾਹਰੋਂ ਲੈ ਆਂਦੀ ਹੈ, ਉਹਨੂੰ ਘਰ ਵਿੱਚ ਅਸੀਂ ਕਦੇ ਨਹੀਂ ਲੱਭਾਂਗੇ। ਤੇ ਜਿਹੜੀ ਵਸਤੂ ਸਾਡੇ ਘਰ ਵਿੱਚ ਅਵੇਲੇਬਲ ਹੈ, ਅਸੀਂ ਉਹਨੂੰ ਕਦੇ ਬਾਹਰੋਂ ਲੱਭਣਾ ਹੀ ਨਹੀਂ। ਤੇ ਜੇ ਸਾਨੂੰ ਕੋਈ ਪੁੱਛ ਲੇ ਵੀ ਤੂੰ ਇਹ ਵਸਤੂ ਕਿੱਥੋਂ ਲੈ ਕੇ ਆਉਣਾ, ਕਿਵੇਂ ਤੈਨੂੰ ਇਹ ਵਸਤੂ ਹਾਸਲ ਹੁੰਦੀ ਹੈ, ਤੇ ਅਸੀਂ ਸਿੱਧਾ ਦੋ ਟੁਕ ਜਵਾਬ ਦੇਈਦਾ ਵੀ ਸਾਡੇ ਤੇ ਘਰ ਵਿੱਚ ਵਾਧੂ। ਨਾ ਤੇ ਮੈਨੂੰ ਇਹ ਪਤਾ ਮਿਲਦੀ ਕਿੱਥੋਂ, ਨਾ ਮੈਨੂੰ ਇਹ ਪਤਾ ਵੀ ਲਿਆਈ ਦੀ ਕਿਵੇਂ ਹੈ, ਸਾਡੇ ਘਰ ਵਿੱਚ ਇਹ ਵਸਤੂ ਵਾਧੂ ਹੈ। ਜੇ ਇਹਨੂੰ
ਹੋਰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਵੀ ਘਰ ਦੇ ਵਿੱਚ ਅਸੀਂ ਅੱਜ ਦਾ ਟਾਈਮ ਜਿਹੜਾ ਨਾ, ਜੇ ਅਸੀਂ ਕਹੀਏ ਵੀ ਅਸੀਂ ਘਰ ਦੇ ਵਿੱਚ ਦੁੱਧ ਦੀ ਵਰਤੋਂ ਕਰ ਰਹੇ ਹਾਂ ਤੇ ਸਾਨੂੰ ਦੁੱਧ ਚਾਹੀਦਾ, ਪਰ ਪਿਓਰ ਚਾਹੀਦਾ। ਜਿਹੜਾ ਤੇ ਲਾਲਸਾ ਪਿਓਰ ਦੀ ਰੱਖੀ ਬੈਠਾ ਉਹ ਬਾਹਰੋਂ ਖੋਜੀ ਜਾਏਗਾ ਲੱਭੇਗਾ, ਫਿਰ ਲੋਕਾਂ ਨੂੰ ਪੁੱਛ ਵੀ ਤੁਸੀਂ ਦੁੱਧ ਕਿੱਥੋਂ ਲੈਂਦੇ ਹੋ। ਤੇ ਜਿਹਨੇ ਘਰ 'ਚ ਡੰਗਰ ਰੱਖੇ ਹੋਣ, ਦੁਧਾਰੂ ਪਸ਼ੂ ਜਿਹੜਾ ਘਰ 'ਚ ਰੱਖੀ ਬੈਠਾ ਹੋਵੇ, ਉਹ ਤੇ ਸਿੱਧਾ ਹੀ ਆਖੇਗਾ ਨਾ ਵੀ ਮੈਨੂੰ ਤੇ ਘਰ ਦੇ ਵਿੱਚੋਂ ਹੀ ਅਸੀਂ ਪਸ਼ੂ ਰੱਖੇ ਨੇ, ਸਾਨੂੰ ਤੇ ਘਰ ਦਾ ਦੁੱਧ ਵਾਧੂ। ਤੇ ਉਹ ਬਾਹਰੋਂ ਖੋਜਣ ਦਾ ਕਦੇ ਯਤਨ ਨਹੀਂ ਕਰਨਗੇ। ਮਤਲਬ ਜੇ ਅਸੀਂ ਪਰਮੇਸ਼ਵਰ ਆਪਣੇ ਅੰਦਰ ਵੇਖ ਲਈਏ ਤੇ ਬਾਹਰੋਂ ਖੋਜਣ ਦਾ ਯਤਨ ਬੰਦ ਹੋ ਜਾਏਗਾ। ਅੱਜ ਸਾਡਾ ਬਾਹਰੋਂ ਖੋਜਣ ਦਾ ਯਤਨ ਕਿਉਂ ਹੈ? ਕਿਉਂਕਿ ਅਸੀਂ ਅੰਦਰ ਬੈਠਾ ਵੇਖਿਆ ਹੀ ਨਹੀਂ, ਜਾਂ ਅੰਦਰ ਬੈਠੇ ਹੋਏ ਵੱਲ ਝਾਤ ਅਸੀਂ ਕਦੇ ਮਾਰੀ ਹੋਈ ਨਹੀਂ। ਜੇ ਝਾਤ ਮਾਰ ਲੈਂਦੇ, ਬਾਹਰੋਂ ਯਤਨ ਕਰਨਾ ਨਹੀਂ ਸੀ ਪੈਣਾ। ਅਸੀਂ ਯਤਨਸ਼ੀਲ ਇੰਨੇ ਕੁ ਹੋ ਗਏ ਵੀ ਅਸੀਂ ਕਹਿੰਦੇ ਆ ਨਹੀਂ, ਅਸੀਂ ਮਿਹਨਤੀ ਆ, ਅਸੀਂ ਮਿਹਨਤ ਕਰਦੇ ਆ। ਉਹ ਮਿਹਨਤ ਕਰ ਰਹੇ ਆ, ਬੜੀ ਭਲੀ ਬਾਤ ਹੈ, ਪਰ ਉਹ ਜਿਹੜੀ ਮਿਹਨਤ ਹੈ, ਉਹ ਮਿਹਨਤ ਕਿਸ ਲੇਖੇ ਵਿੱਚ ਪਏਗੀ ਵੀ ਵਸਤੂ ਘਰ ਵਿੱਚ ਹੈ ਤੇ ਲੱਭੀ ਅਸੀਂ ਬਾਹਰ ਜਾਣੇ। ਕਿਸ ਲੇਖੇ ਵਿੱਚ ਮਿਹਨਤ? ਹੁਣ ਜਿਵੇਂ ਕੋਈ ਪਾਣੀ ਦੇ ਵਿੱਚ ਮਧਾਣੀ ਪਾ ਕੇ ਬੈਠ ਜਾਏ ਤੇ ਆਖੇ ਵੀ ਮੈਂ ਤੇ ਮਿਹਨਤ ਕਰਦਾ, ਮਿਹਨਤ ਕਿਸ ਲੇਖੇ? ਆਏਗੀ ਕਿਸੇ ਲੇਖੇ ਵਿੱਚ ਮਿਹਨਤ? ਭਾਵੇਂ ਉਹ ਸਾਰਾ ਦਿਨ ਲੱਗਾ ਰਹੇ, ਭਾਵੇਂ ਸਾਲ ਇੱਕ ਲੱਗਾ ਰਹੇ, ਭਾਵੇਂ ਦੋ, ਸਾਰੀ ਜ਼ਿੰਦਗੀ ਹੀ ਲੱਗਾ ਰਹੇ। ਬਾਲਟੀ ਰੋਜ਼ ਪਾਣੀ ਦੀ ਭਰ ਲਿਆ ਕਰੇ, ਸਵੇਰੇ ਉੱਠ ਕੇ ਹੀ ਵਿੱਚ ਮਧਾਣੀ ਪਾ ਕੇ ਤੇ ਰਾਤ ਪਵੇ ਤੇ ਬਾਲਟੀ ਡੋਲ ਦਿਆ ਕਰੇ, ਸਾਰੀ ਜ਼ਿੰਦਗੀ ਲੱਗਾ ਰਹੇ। ਤੇ ਜੇ ਕੋਈ ਪੁੱਛੇ ਵੀ ਤੂੰ ਇੱਥੇ ਮਧਾਣੀ ਕਿਉਂ ਪਾ ਕੇ ਬੈਠਾ, ਤੇ ਅੱਗੋਂ ਕਹੇ ਮੈਂ ਤੇ ਮਿਹਨਤ ਕਰਦਾ, ਤੇ ਅਗਲਾ ਵੀ ਤੇ ਕਹੇਗਾ ਵੀ ਨਹੀਂ ਕੀ ਮੂਰਖਾਂ ਵਾਲੀਆਂ ਗੱਲਾਂ ਕਰਦਾ, ਕਿ ਮਿਹਨਤ ਕਰਨੀ ਤੇ ਕਿਸੇ ਹੋਰ ਪਾਸੇ ਕਰ, ਵੀ ਇੱਥੇ ਪਾਣੀ 'ਚ ਮਧਾਣੀ ਪਾ ਕੇ ਤੂੰ ਕੀ ਖੱਟ ਲੇਗਾ। ਦੋਵੇਂ ਚੀਜ਼ਾਂ ਹੀ, ਪਾਣੀ ਦੇ ਵਿੱਚ ਮਧਾਣੀ ਪਾ ਕੇ ਕੀਤੀ ਮਿਹਨਤ ਕਿਸੇ ਲੇਖੇ ਨਹੀਂ। ਉੱਥੇ ਹੀ ਮਧਾਣੀ ਰੱਖੀ ਤੇ ਮੈਂ ਰੱਖ ਲਾਂ ਸ਼ਰਧਾ, ਤੇ ਨਾਲੇ ਕਵਾਂ ਜੀ ਮੈਂ ਮਿਹਨਤ ਕਰਦਾ ਆ, ਮੇਰੀ ਸ਼ਰਧਾ ਵੀ ਬਹੁਤ ਹੈ। ਸ਼ਾਮ ਪੈਂਦੀ ਨੂੰ ਵੇਖਿਓ ਇੱਥੇ ਮੱਖਣ ਦੇ ਢੇਰ ਲਾ ਦੇਣੇ। ਦੋਵਾਂ ਚੀਜ਼ਾਂ ਚੋਂ ਕੀ ਮਿਲੇਗਾ? ਮੱਖਣ ਪ੍ਰਾਪਤ ਹੋ ਜਾਏਗਾ? ਮਧਾਣੀ ਪਾਣੀ ਵਿੱਚ ਹੈ, ਨਹੀਂ ਮਿਲਣਾ, ਭਾਵੇਂ ਸਾਡੀ ਲੱਖ ਸ਼ਰਧਾ ਹੋਵੇ। ਤੇ ਨਾ ਹੀ ਸਾਡੀ ਮਿਹਨਤ ਲੇਖੇ ਵਿੱਚ ਪੈਣੀ, ਭਾਵੇਂ ਅਸੀਂ ਜਿੰਨੇ ਮਰਜ਼ੀ, ਭਾਵੇਂ ਰਾਤ ਨੂੰ ਵੀ ਨਾ ਸੌਈਏ, ਮਿਹਨਤ ਜਿੰਨੀ ਮਰਜ਼ੀ ਕਰ ਲਈਏ। ਹੁਣ ਦੋਵੇਂ ਚੀਜ਼ਾਂ ਖਿਆਲ 'ਚ ਰੱਖੀਏ, ਸ਼ਰਧਾ ਹੋਵੇ ਪਰ ਪਾਣੀ ਤੇ ਨਾ ਹੋਵੇ। ਸ਼ਰਧਾ ਦਹੀਂ ਤੇ ਹੋਵੇ, ਦੁੱਧ ਤੇ ਹੋਵੇ, ਵਿੱਚੋਂ ਮੱਖਣ ਤੇ ਮਿਲੇ। ਮਿਹਨਤ ਕਰਨੀ ਹੈ ਤੇ ਦੁੱਧ ਤੇ ਕਰੀਏ, ਪਾਣੀ ਤੇ ਕੀਤੀ ਦਾ ਕੀ ਫਾਇਦਾ? ਤੱਤ ਤੇ ਉਹਦੇ ਵਿੱਚੋਂ ਹੀ ਮਿਲੇਗਾ ਨਾ। ਮੈਂ ਲਿਆ ਕੇ ਦੁੱਧ ਮਿਹਨਤ ਕਰਾਂ, ਉਹਨੂੰ ਉਬਾਲਾ ਦੇਵਾਂ, ਉਹਨੂੰ ਜਾਗ ਲਾਵਾਂ, ਉਹਦਾ ਦਹੀਂ ਤਿਆਰ ਕਰਕੇ ਫਿਰ ਉਹਨੂੰ ਰਿੜਕਾਂ, ਉਹਦੇ ਚੋਂ ਲੱਸੀ ਵੀ ਮਿਲੇ, ਉਹਦੇ ਚੋਂ ਮੱਖਣ ਵੀ ਮਿਲੇ, ਤੇ ਉਹਦੇ ਚੋਂ ਘਿਓ ਵੀ ਮਿਲੇ, ਮਿਹਨਤ ਕੀਤੀ ਦਾ ਲੇਖਾ ਫਲ ਵੀ ਮਿਲੇ। ਮੈਂ ਦੁੱਧ ਤੇ ਸ਼ਰਧਾ ਰੱਖ ਕੇ ਬੈਠਾ ਵੀ ਮੈਨੂੰ ਸ਼ਰਧਾ ਬਹੁਤ ਹੈ ਦੁੱਧ ਤੇ, ਵੇਖਿਓ ਇਹਦੇ ਵਿੱਚੋਂ ਹੁਣ ਮੈਨੂੰ ਮੱਖਣ ਮਿਲੇਗਾ, ਇਹਦੇ ਵਿੱਚੋਂ ਘਿਓ ਵੀ ਮਿਲੇਗਾ। ਇਹ ਤੇ ਸ਼ਰਧਾ ਰੱਖੀ ਦਾ ਲਾਭ ਵੀ ਹੋਵੇ, ਤੇ ਮੈਂ ਪਾਣੀ ਭਾਵੇਂ ਡਰਮ ਭਰ ਕੇ ਬੈਠਾ ਰਵਾਂ ਤੇ ਕਹਾਂ ਸ਼ਰਧਾ ਬਹੁਤ ਮੇਰੀ ਜੀ। ਇੱਕ ਪਾਈਆ ਮੱਖਣ ਵੀ ਨਹੀਂ ਮਿਲਣਾ ਪਾਣੀ ਦੇ ਡਰਮ ਉੱਤੇ ਰੱਖੀ ਸ਼ਰਧਾ ਨਾਲ। ਤੇ ਇਸੇ ਤਰ੍ਹਾਂ ਜੇ ਅਸੀਂ ਫੋਕਟ ਕਰਮਾਂ ਉੱਤੇ ਰੱਖ ਲਈਏ ਸ਼ਰਧਾ, ਤੇ ਫੋਕਟ ਕਰਮਾਂ ਉੱਤੇ ਕਰੀ ਜਾਈਏ ਮਿਹਨਤ,
ਬਿਲਕੁਲ ਵਿਅਰਥ ਹੈ। ਮਿਹਨਤ ਭਲੇ ਕਰਮ ਤੇ ਕਰਨੀ ਪਏਗੀ, ਫੋਕਟ ਤੇ ਨਹੀਂ। ਔਰ ਸੱਚਮੁੱਚ ਸਾਨੂੰ ਰੱਬ ਜੀ ਦੇ ਜਦੋਂ ਦਰਸ਼ਨਾਂ ਦੀ ਬਾਤ ਆਉਂਦੀ ਤੇ ਮਾਲਕ ਜੀ ਕਹਿੰਦੇ ਹਰ ਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ, ਇਹ ਕਾਇਆ ਚੋਂ ਲੱਭ। ਅਸੀਂ ਕਿੱਥੋਂ ਲੱਭਣ ਗਏ? ਪਹਿਲੋਂ ਆਪਣੇ ਵਿੱਚੋਂ ਦਿਸੇਗਾ ਤੇ ਬਾਹਰੋਂ ਨਜ਼ਰੀ ਪਏਗਾ ਨਾ। ਜਿਹੜੀ ਵਸਤੂ ਆਪਣੇ ਕੋਲ ਹੀ ਹੈ ਨਹੀਂ, ਜਿਹੜੀ ਵਸਤੂ ਆਪਣੇ ਪਾਸ ਹੀ ਹੈ ਨਹੀਂ, ਜਾਂ ਜਿਹਨੂੰ ਅਜੇ ਤੱਕ ਆਪਣੇ ਕੋਲੋਂ ਵੇਖਿਆ ਹੀ ਨਹੀਂ, ਬਾਹਰੋਂ ਕੀ ਨਜ਼ਰੀ ਪਏਗਾ? ਉਹ ਸਭ ਤੋਂ ਪਹਿਲਾਂ ਆਪਣੇ ਆਪੇ ਦੀ ਪੜਚੋਲ ਹੈ। ਪਹਿਲੋਂ ਆਪਣੇ ਅੰਦਰੋਂ ਵੇਖਣ ਦੀ ਬਾਤ ਹੈ ਵੀ ਜਿੱਦਣ ਅੰਦਰੋਂ ਦਿਸ ਗਿਆ ਉਦਣ ਅਗਲਾ ਬੋਲ ਕੇ ਕਹਿ ਦਿੰਦਾ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਜਿੰਨਾ ਚਿਰ ਮੈਂ ਆਪਣੇ ਆਪ ਨੂੰ ਵੱਖਰਾ ਸਮਝੀ ਜਾਂਦਾ, ਮੈਂ ਕਿਵੇਂ ਕਹਿ ਦਾਂਗਾ ਵੀ ਕੁਦਰਤ ਕੇ ਸਭ ਬੰਦੇ? ਜਿੰਨਾ ਚਿਰ ਮੈਂ ਖੁਦ ਆਪਣੇ ਆਪ ਨੂੰ ਨਹੀਂ ਸਮਝ ਲੈਂਦਾ ਵੀ ਕੁਦਰਤ ਦਾ ਮੈਂ ਵੀ ਬਣਾਇਆ ਹੋਇਆ ਇੱਕ ਜੀਵ ਆ, ਮੈਨੂੰ ਵੀ ਕੁਦਰਤ ਨੇ ਬਣਾਇਆ ਹੈ, ਕੁਦਰਤ ਸਦਕਾ ਹੀ ਮੇਰੀ ਪੈਦਾਇਸ਼ ਹੋਈ ਹੈ, ਮੇਰੇ ਵਿੱਚ ਵੀ ਉਹ ਕਾਦਰ ਬੈਠਾ, ਬਾਕੀਆਂ ਦੀ ਪੈਦਾਇਸ਼ ਵੀ ਕੁਦਰਤ ਸਦਕਾ ਹੋਈ, ਬਾਕੀਆਂ ਦੇ ਵਿੱਚ ਵੀ ਕਾਦਰ ਬੈਠਾ। ਉਹ ਬਾਕੀਆਂ ਚੋਂ ਕਾਦਰ ਉਦਣ ਦਿਸੇਗਾ ਜਿੱਦਣ ਮੈਨੂੰ ਆਪਣੇ ਅੰਦਰੋਂ ਨਜ਼ਰੀ ਪਏਗਾ। ਆਪਣੇ ਅੰਦਰੋਂ ਦਿਸੇ ਕੋਈ ਨਾ, ਲੋਕਾਂ ਚੋਂ ਮੈਂ ਕਹਾਂ ਮੈਨੂੰ ਕਾਦਰ ਦਿਸ ਪਏ। ਬਾਪੂ ਜੀ ਕੀ ਕਹਿੰਦੇ? ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਉਹ ਪੂਰਿਆ ਸਾਰੀਆਂ ਥਾਵਾਂ ਤੇ ਹੋਇਆ, ਵਸ ਸਾਰੀਆਂ ਥਾਵਾਂ ਤੇ ਰਿਹਾ। ਪਰ ਅੱਜ ਸਵਾਲ ਹੈ ਕਿਉਂ ਕਰ ਹਰ ਦਰਸ਼ਨ ਪਿੱਖੈ, ਅਸੀਂ ਰੱਬ ਵੇਖੀਏ ਕਿਵੇਂ? ਜਦੋਂ ਭਗਤ ਰਵਿਦਾਸ ਜੀ ਨੂੰ ਪੁੱਛਦੇ ਆ, ਉਹ ਕਹਿੰਦੇ ਕਹੋ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ ਸੋ ਹੋਈ। ਉਹ ਤੇ ਬੜੀ ਨੇੜੇ ਹੈ ਸਾਡੇ। ਹੁਣ ਇੱਕ ਖਿਆਲ ਹੋਰ ਰੱਖਿਓ, ਬਹੁਤੀ ਦੂਰ ਵਸਤੂ ਹੋਵੇ ਨਹੀਂ ਦਿਸਦੀ, ਤੇ ਬਹੁਤੀ ਨੇੜੇ ਆ ਜਾਏ ਫਿਰ ਵੀ ਨਹੀਂ ਦਿਸਦੀ। ਇੱਕ ਵਸਤੂ ਸਾਡੀ ਪਹੁੰਚ ਤੋਂ ਦੂਰ ਹੈ, ਸਾਨੂੰ ਨਹੀਂ ਦਿਸਣੀ, ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਤੇ ਇੱਕ ਵਸਤੂ ਬਹੁਤ ਜ਼ਿਆਦਾ ਨਜ਼ਦੀਕ ਹੈ, ਦਿਸਣੀ ਉਹ ਵੀ ਨਹੀਂ। ਫਿਰ ਕੀ ਕਰਦੇ? ਫਿਰ ਅਸੀਂ ਡਾਕਟਰ ਕੋਲ ਜਾਂਦੇ। ਜੇ ਦੂਰੋਂ ਨਹੀਂ ਦਿਸਦਾ ਤੇ ਉਹਨੂੰ ਕਹਿੰਦੇ ਆ ਜੀ ਮੇਰੀ ਦੂਰ ਦੀ ਨਿਗਾਹ ਘੱਟ ਹੈ। ਉਹ ਕਹਿੰਦਾ ਵੀ ਲਿਆ ਤੈਨੂੰ ਚਸ਼ਮਾ ਦੇਣਾ। ਤੇ ਜੇ ਨੇੜੋਂ ਨਹੀਂ ਦਿਸਦਾ ਤਾਂ ਅਸੀਂ ਕਹਿੰਦੇ ਜੀ ਮੇਰੀ ਨੇੜੇ ਦੀ ਨਿਗਾਹ ਘੱਟ ਹੈ। ਉਹ ਫਿਰ ਕਹਿੰਦਾ ਵੀ ਆ ਜਾ ਤੇਰੀਆਂ ਅੱਖਾਂ ਵਾਸਤੇ ਮੈਂ ਤੈਨੂੰ ਇੱਕ ਚਸ਼ਮਾ ਦੇਣਾ, ਇਹਦੇ ਨਾਲ ਤੈਨੂੰ ਨੇੜੇ ਦਾ ਵੀ ਦਿਸੇਗਾ ਜਾਂ ਇਹਦੇ ਨਾਲ ਤੈਨੂੰ ਦੂਰ ਦਾ ਵੀ ਨਜ਼ਰ ਹੀ ਆਏਗਾ। ਭਗਤ ਰਵਿਦਾਸ ਜੀ ਕਹਿੰਦੇ ਹਾਥ ਪੈ ਨੇੜੇ, ਬਹੁਤ ਨੇੜੇ ਹੈ, ਉਹ ਸਾਨੂੰ ਦਿਸਦਾ ਨਹੀਂ। ਫਿਰ ਵੈਦ ਗੁਰੂ, ਜਿਹਨੂੰ ਆਪਾਂ ਪੜ੍ਹਿਆ ਮੇਰਾ ਵੈਦ ਗੁਰੂ ਗੋਬਿੰਦਾ। ਹੁਣ ਇਸ ਵੈਦ ਕੋਲ ਆ ਕੇ ਅਸੀਂ ਕੀ ਕਰਨਾ? ਇਹਨੂੰ ਆਖਣਾ ਵੀ ਮੈਨੂੰ ਨੇੜੇ ਵਾਲਾ ਦਿਸਦਾ ਨਹੀਂ। ਜਦੋਂ ਇਹਨੂੰ ਆ ਕੇ ਆਖਿਆ ਵੀ ਨੇੜੇ ਵਾਲਾ ਦਿਸਦਾ ਨਹੀਂ, ਤੇ ਫਿਰ ਇਹ ਇਲਾਜ ਕੀ ਦੇਣਗੇ? ਇਹ ਸਾਨੂੰ ਸਾਡਾ ਇਲਾਜ ਕਰਦਿਆਂ ਸਾਨੂੰ ਉਪਦੇਸ਼ ਦੇਣਗੇ ਵੀ ਤੂੰ ਵੇਖਣਾ ਚਾਹੁੰਦਾ ਤੇ ਖਿਆਲ ਕਰ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੇ ਇਹ ਸਮਝ ਕਿੱਥੋਂ ਲੱਗੀ? ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਕੀ ਸਿੱਖਿਆ ਸਦਕਾ। ਜਦੋਂ ਜਾ ਕੇ ਪੁੱਛਿਆ ਵੀ ਮੇਰੇ ਸਤਿਗੁਰੂ ਜੀਓ, ਹੇ ਵੈਦ ਜੀ, ਮੈਂ ਆਪ ਜੀ ਕੋਲ ਚੱਲ ਕੇ ਆਇਆ, ਮੈਨੂੰ ਨੇੜੇ ਦਾ ਦਿਸਦਾ ਕੋਈ ਨਹੀਂ। ਤੇ ਫਿਰ ਉਹ ਕੀ ਸਮਝਾਉਂਦੇ? ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ।
ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਫਿਰ ਗੁਰੂ ਨੇ ਉਪਦੇਸ਼ ਦਿੱਤਾ ਕਿ ਗੁਰੂ ਨੇ ਸਿੱਖਿਆ, ਗੁਰੂ ਨੇ ਇਲਾਜ ਕੀਤਾ। ਜਦੋਂ ਇਲਾਜ ਕੀਤਾ ਫਿਰ ਸਾਰਿਆਂ ਵਿੱਚੋਂ ਦਿਸਣ ਲੱਗ ਪਿਆ। ਜਦੋਂ ਸਾਰਿਆਂ ਵਿੱਚੋਂ ਦਿਸਣ ਲੱਗਾ ਤੇ ਫਿਰ ਆਖਿਆ ਵੀ ਮੈਨੂੰ ਮੇਰੀਆਂ ਅੱਖਾਂ ਵਿੱਚ ਹੀ ਪ੍ਰੋਬਲਮ ਸੀ, ਮੇਰੀਆਂ ਅੱਖਾਂ ਦੇ ਵਿੱਚ ਹੀ ਮੁਸ਼ਕਲ ਸੀ, ਕਿਉਂਕਿ ਮੈਂ ਅਜੇ ਤੱਕ ਆਪਾ ਪਰਕਾ ਮਿਟਾਇਆ ਹੀ ਨਹੀਂ ਸੀ। ਆਪਾ ਪਰਕਾ ਮਿਟੇਗਾ ਤੇ ਜਤ ਦੇਖਾਂ ਤਤ ਤੂੰ, ਪਰ ਅਜੇ ਤੱਕ ਮੈਂ ਵੱਖਰਾ ਤੇ ਤੂੰ ਵੱਖਰਾ। ਅਜੇ ਤੱਕ ਤੇ ਇਹੀ ਹੈ ਨਾ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਜਦੋਂ ਪੜ੍ਹਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਪਰ ਕਦੋਂ ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਜਿੱਥੇ ਵੀ ਵੇਖਦਾ ਉੱਥੇ ਕੀ ਨਜ਼ਰੀ ਪੈਂਦਾ ਹੈ। ਭਗਤ ਰਵਿਦਾਸ ਜੀ ਜਦੋਂ ਉਹਨਾਂ ਨੂੰ ਪੜ੍ਹਿਆ ਨਾ, ਉਹਨਾਂ ਉਦਾਹਰਨਾਂ ਦਿੱਤੀਆਂ ਬੜੀਆਂ ਪਿਆਰੀਆਂ। ਕਹਿੰਦੇ ਰੱਬ ਜੀਓ, ਅਜੇ ਤੱਕ ਸਾਨੂੰ ਨਾ ਦਿਸਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ, ਅਜੇ ਸਾਡੀ ਮੈਂ ਸਾਡੇ ਕੋਲ ਹੈ। ਅੱਜ ਦਾ ਪਾਵਨ ਹੁਕਮ ਜਿਹੜਾ ਭਗਤ ਜੀ ਨੇ ਬਖਸ਼ਿਸ਼ ਕੀਤਾ, ਜਬ ਹਮ ਹੋਤੇ ਤਬ ਤੂੰ ਨਹੀਂ, ਹੈ ਹੀ ਨਹੀਂ ਸੀ ਤੂੰ, ਕਿਉਂਕਿ ਅਜੇ ਤੇ ਸਾਡੇ ਕੋਲ ਸਾਡੀ ਮੈਂ ਹੈ। ਜਿੰਨਾ ਸਮਾਂ ਅਸੀਂ ਮੈਂ ਤੋਂ ਵਿਹਲੇ ਹੀ ਨਹੀਂ ਹੁੰਦੇ, ਉਹਨਾਂ ਚਿਰ ਤੇਰੇ ਵੱਲ ਝਾਤ ਕਿਵੇਂ ਮਾਰਾਂਗੇ, ਤੈਨੂੰ ਕਿਵੇਂ ਵੇਖਾਂਗੇ। ਅਜੇ ਤੇ ਅਸੀਂ ਆਪਣੇ ਵਿੱਚ ਗਲਤਾਨ ਆ। ਫਿਰ ਉਹਨਾਂ ਜਿਹੜੀਆਂ ਉਦਾਹਰਨਾਂ ਦਿੱਤੀਆਂ, ਉਹਨਾਂ ਜ਼ਿਕਰ ਕਰਦੇ ਆ ਆਖਿਆ, ਕਹਿੰਦੇ ਅਕਾਲ ਪੁਰਖ ਜੀਓ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਉਦਾਹਰਨ ਕੀ ਦਿੱਤੀ, ਸਮੁੰਦਰ ਚੋਂ ਲਹਿਰਾਂ ਉੱਠੀਆਂ, ਵੇਖਣ ਵਾਲਾ ਕੀ ਕਹਿੰਦਾ, ਲਹਿਰਾਂ ਵੱਖਰੀਆਂ ਨੇ ਤੇ ਸਮੁੰਦਰ ਵੱਖਰਾ। ਤੇ ਜੇ ਕੋਈ ਸਮਝਦਾਰ ਖੜਾ ਹੋਵੇ ਤੇ ਉਹ ਕੀ ਕਵੇ, ਜੇ ਸਮੁੰਦਰ ਨਾ ਹੁੰਦਾ ਤੇ ਲਹਿਰਾਂ ਕਿੱਥੋਂ ਉੱਠਦੀਆਂ, ਲਹਿਰਾਂ ਵੱਖਰੀਆਂ ਨਹੀਂ, ਉਸੇ ਦਾ ਹੀ ਰੂਪ ਨੇ। ਸਮਝਦਾਰ ਨੇ ਤੇ ਇਹੀ ਕਿਹਾ ਨਾ, ਸਿਆਣੇ ਪੁਰਸ਼ ਨੇ ਕੀ ਕਿਹਾ ਵੀ ਸਮੁੰਦਰ ਦਾ ਹੀ ਰੂਪ ਨੇ ਲਹਿਰਾਂ। ਹੁਣ ਅਸੀਂ ਹਾਂ ਸਾਰੇ ਅਣਜਾਣ ਤੇ ਮੂਰਖ, ਅਸੀਂ ਕੀ ਕਹਿੰਦੇ ਆ, ਰੱਬ ਵੱਖਰਾ ਹੈ ਤੇ ਮੈਂ ਵੱਖਰਾ। ਰੱਬ ਸਮੁੰਦਰ ਤੇ ਮੈਂ ਉਪਜੀ ਹੋਈ ਇੱਕ ਲਹਿਰ। ਜਦੋਂ ਸਿਆਣੇ ਕੋਲ ਆਏ, ਭਾਵ ਗੁਰੂ ਕੋਲ ਆ ਗਏ, ਤੇ ਗੁਰੂ ਨੇ ਕੀ ਕਿਹਾ, ਉਹ ਤੂੰ ਵੱਖਰਾ ਨਹੀਂ ਹੈ। ਜੇ ਸਮੁੰਦਰ ਹੀ ਨਾ ਹੁੰਦਾ ਤੇ ਲਹਿਰ ਕਿੱਥੋਂ ਉਪਜਦੀ, ਭਾਵ ਜੇ ਰੱਬ ਹੀ ਨਾ ਹੁੰਦਾ ਤੇ ਤੂੰ ਕਿੱਥੋਂ ਆਉਂਦਾ। ਤੇ ਕੀ ਕਰਨਾ, ਤੂੰ ਆਪਣਾ ਨਜ਼ਰੀਆ ਬਦਲ, ਉਸੇ ਦਾ ਹੀ ਰੂਪ ਹੈ। ਜਿਵੇਂ ਨਾ ਇੱਕ ਸ਼ੇਰ ਦਾ ਬੱਚਾ ਨਾ ਜੰਗਲ ਦੇ ਵਿੱਚ ਆ ਜਿਹੜੀ ਭੇਡਾਂ ਲੈ ਕੇ ਚਲਾ ਗਿਆ। ਉਹ ਭੇਡਾਂ ਲੈ ਕੇ ਗਿਆ ਚਾਰਨ ਵਾਸਤੇ, ਤੇ ਉਧਰੋਂ ਸ਼ੇਰ ਆ ਗਿਆ, ਨਾਲ ਉਹਦਾ ਬੱਚੇ ਵੀ ਆ ਗਏ। ਉਹਨਾਂ ਚੋਂ ਨਾ ਇੱਕ ਬੱਚਾ ਭੇਡਾਂ ਦੇ ਵੱਗ ਨਾਲ ਹੀ ਰਲ ਗਿਆ। ਉਹ ਜਦੋਂ ਵੱਗ ਲੈ ਕੇ ਘਰ ਆਇਆ, ਉਹ ਤੇ ਬੱਚਾ ਵੇਖ ਕੇ ਡਰੇ ਵੀ ਇਹ ਤੇ ਸ਼ੇਰ ਹੈ। ਉਹ ਹੁਣ ਨਾ ਉਹ ਰੋਜ਼ ਆ ਜਿਹੜੀ ਉਹਨੂੰ ਨਾਲ ਹੀ ਭੇਡਾਂ ਦੇ ਲਈ ਫਿਰਦਾ। ਉਹ ਵੀ ਭੇਡਾਂ ਵਾਂਗੂ ਹੀ ਕਰਨ ਲੱਗ ਗਿਆ। ਰੋਜ਼ ਹੀ ਜਿਵੇਂ ਭੇਡਾਂ ਨੇ ਚਰਨ ਜਾਣਾ, ਮਗਰ ਮਗਰ ਤੁਰਿਆ ਫਿਰਨਾ, ਉਹਨੇ ਵੀ ਮਗਰ ਮਗਰ ਤੁਰੇ ਫਿਰਨਾ। ਉਹ ਆ ਜਿਹੜੀ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ। ਇੱਕ ਦਿਨ ਨਾ ਜਦੋਂ ਜੰਗਲ ਵਿੱਚ ਫਿਰ ਦੁਬਾਰਾ ਲੈ ਕੇ ਗਿਆ ਤੇ ਉਹਨੂੰ ਡਰ ਜਾ ਖਤਮ ਹੋ ਗਿਆ ਵੀ ਮੇਰੇ ਕੋਲ ਤੇ ਮੇਰੇ ਵੱਗ 'ਚ
ਸ਼ੇਰ ਦਾ ਬੱਚਾ ਹੈ, ਪਰ ਬਾਣੋਂ ਭੇਡ ਹੀ ਚੁੱਕਾ। ਇੱਕ ਦਿਨ ਨਾ ਸ਼ੇਰ ਨੇ ਫਿਰ ਹਮਲਾ ਕੀਤਾ। ਹਮਲਾ ਕਰਦਿਆਂ ਤੇ ਉਹਨੇ ਜਦੋਂ ਇੱਜੜ ਤੇ ਹਮਲਾ ਕੀਤਾ ਨਾ, ਸਾਰੀਆਂ ਭੇਡਾਂ ਭੱਜ ਲੀਆਂ। ਭੇਡਾਂ ਭੱਜੀਆਂ, ਉਹ ਸ਼ੇਰ ਦਾ ਬੱਚਾ ਵੀ ਮਗਰ ਭੱਜ ਲਿਆ। ਉਹਨੇ ਸਭ ਤੋਂ ਪਹਿਲਾਂ ਉਹਨੂੰ ਫੜਿਆ, ਉਹਨੂੰ ਫੜ ਕੇ ਨਾ ਆਪਣੇ ਨਾਲ ਲੈ ਆਇਆ। ਨਾਲ ਲਿਆ ਕੇ ਤੇ ਇੱਕ ਪਾਣੀ ਦੇ ਸੋਮੇ ਦੇ ਕਿਨਾਰੇ ਤੇ ਖੜਾ ਲਿਆ। ਸਿਰਫ ਗੱਲ ਸਮਝਣ ਵਾਸਤੇ ਵੀ ਅਸੀਂ ਆਪਣਾ ਮੂਲ ਆਪ ਵਿਸਾਰ ਕੇ ਬੈਠੇ ਹਾਂ। ਉਹਨੇ ਨਾ ਫਿਰ ਉਸ ਬੱਚੇ ਨੂੰ ਆਖਿਆ ਵੀ ਹੁਣ ਆਪਣਾ ਰੂਪ ਵੇਖ। ਉਹਨੇ ਉਹਦੇ ਵੱਲ ਝਾਤ ਮਾਰੀ। ਫਿਰ ਉਹਨੇ ਕਿਹਾ ਵੀ ਹੁਣ ਮੇਰੇ ਵੱਲ ਵੇਖ। ਫਿਰ ਉਹਨੇ ਉਹਦੇ ਵੱਲ ਝਾਤ ਮਾਰੀ। ਉਹ ਵੇਖਦਾ ਤੇ ਸਮਝ ਕੀ ਲੱਗਦੀ ਵੀ ਸਾਡੇ ਦੋਵਾਂ 'ਚ ਫਰਕ ਤੇ ਕੋਈ ਵੀ ਨਹੀਂ, ਵੀ ਜਿਹੜਾ ਰੂਪ ਇਹਦਾ ਉਹੀ ਮੇਰਾ, ਵੀ ਸਾਡੇ ਵਿੱਚ ਤੇ ਫਰਕ ਕੋਈ ਵੀ ਨਹੀਂ। ਫਿਰ ਜਿੱਥੇ ਉਹ ਆਪਣੇ ਰੂਪ ਨੂੰ ਪਹਿਚਾਣਦਾ, ਫਿਰ ਸ਼ੇਰ ਮਾਰਦਾ ਦਹਾੜ, ਤੇ ਉਧਰੋਂ ਬੱਚਾ ਨਾਲ ਹੀ ਦਹਾੜ ਉੱਠਦਾ ਵੀ ਅਸੀਂ ਤੇ ਇੱਕੋ ਹੀ ਆ। ਬਸ ਇੰਨੀ ਕੁ ਸਾਨੂੰ ਲੋੜ ਹੈ ਵੀ ਅਸੀਂ ਭੇਡਾਂ ਦੇ ਵੱਗ 'ਚ ਰਲ ਕੇ ਭੇਡਾਂ ਹੀ ਬਣ ਚੁੱਕੇ ਆ। ਜਿੱਦਣ ਕਿਤੇ ਗੁਰੂ ਨੇ ਸਾਨੂੰ ਉਪਦੇਸ਼ ਦਿੰਦਿਆਂ ਸਾਨੂੰ ਸਮਝਾਇਆ, ਸਮਝ ਉਦਣ ਲੱਗੇਗੀ ਵੀ ਅਸੀਂ ਤੇ ਰੱਬ ਦਾ ਰੂਪ ਹੀ ਆ, ਅਸੀਂ ਉਹਦੇ ਤੋਂ ਵੱਖਰੇ ਨਹੀਂ ਆ। ਬਸ ਬਾਤ ਇਹ ਹੈ ਵੀ ਅਜੇ ਤੱਕ ਅਸੀਂ ਇਸ ਗੱਲ ਤੋਂ ਅਣਜਾਣ ਬੈਠੇ ਆ ਕਿ ਸਾਡੇ ਤੇ ਉਹਦੇ ਵਿੱਚ ਫਰਕ ਹੈ, ਜਾਂ ਉਹ ਵੱਖਰਾ ਤੇ ਅਸੀਂ ਵੱਖਰੇ ਹਾਂ। ਅਜੇ ਤੱਕ ਅਸੀਂ ਇਸ ਗੱਲ ਤੋਂ ਅਣਜਾਣ ਆ। ਠੀਕ ਉਸੇ ਤਰ੍ਹਾਂ ਜਿਵੇਂ ਆਪਾਂ ਭਗਤ ਰਵਿਦਾਸ ਜੀ ਨੂੰ ਪੜ੍ਹਦੇ ਨਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਰੱਬ ਜੀ ਤੂੰ ਮੈਂ ਤੇ ਮੈਂ ਤੂੰ, ਆਪਣੇ 'ਚ ਤੇ ਫਰਕ ਹੀ ਕੋਈ ਨਹੀਂ। ਉਹ ਜਿਹੜੇ ਜੁੜ ਗਏ ਉਹ ਕਹਿੰਦੇ ਫਰਕ ਕੋਈ ਨਹੀਂ, ਤੇ ਜਿਹੜੇ ਨਹੀਂ ਜੁੜੇ ਉਹ ਕਹਿੰਦੇ ਰੱਬ ਤੇ ਹੈ ਹੀ ਵੱਖਰਾ। ਉਹ ਕਹਿੰਦੇ ਰੱਬ ਤੇ ਹੈ ਹੀ ਹੋਰ, ਉੱਥੇ ਤੇ ਪਹੁੰਚਣਾ ਹੀ ਨਹੀਂ ਜਾਂਦਾ, ਜਾਂ ਉੱਥੇ ਤੱਕ ਪਹੁੰਚਣ ਵਾਸਤੇ ਘਾਲਣਾ ਬੜੀ ਹੈ। ਤੇ ਭਗਤ ਰਵਿਦਾਸ ਜੀ ਕਹਿੰਦੇ ਆਪਣੇ 'ਚ ਫਰਕ ਹੀ ਕੋਈ ਨਹੀਂ, ਰੱਬ ਜੀ ਤੂੰ ਮੈਂ ਆ ਤੇ ਮੈਂ ਤੂੰ ਆ। ਠੀਕ ਉਸੇ ਤਰ੍ਹਾਂ ਜਿਵੇਂ ਕਨਕ ਕਟਕ ਜਲ ਤਰੰਗ ਜੈਸਾ, ਜਿਵੇਂ ਰੱਬ ਜੀ ਸੋਨਾ ਤੇ ਸੋਨੇ ਤੋਂ ਬਣੇ ਗਹਿਣੇ। ਵੇਖਣ ਵਾਲਾ ਤੇ ਇਹੋ ਕਹਿੰਦਾ ਕਿ ਗਹਿਣੇ ਵੱਖਰੇ ਨੇ ਤੇ ਸੋਨਾ ਵੱਖਰਾ ਹੈ। ਹੁਣ ਇੱਕ ਖਿਆਲ ਇੱਥੇ ਹੋਰ ਰੱਖਿਓ, ਸ਼ੁੱਧ ਸੋਨੇ ਦੇ ਕਦੇ ਗਹਿਣੇ ਨਹੀਂ ਬਣਦੇ। ਸੁਨਿਆਰਾ ਸ਼ੁੱਧ ਸੋਨੇ ਦੇ ਕਦੇ ਗਹਿਣੇ ਨਹੀਂ ਬਣਾਉਂਦਾ। ਉਹ ਭਾਵੇਂ ਥੋੜਾ ਜਿਹਾ ਰਤਾ ਮਾਤਰ ਮਿਲਾਵਟ ਕਰੇ, ਵਿੱਚ ਮਿਲਾਵਟ ਕਰਦਾ ਹੈ। ਜਿਵੇਂ ਕਹਿੰਦੇ ਵੀ ਜਿਹੜਾ ਪਿਓਰ ਗੋਲਡ ਹੈ 24 ਕੈਰਟ ਦਾ ਹੈ, 24 ਕੈਰਟ ਦਾ ਹੈ। ਤੇ ਜਦੋਂ ਗਹਿਣਾ ਬਣਦਾ ਜਾਂ ਉਹ 23 ਕੈਰਟ ਦਾ ਹੈ ਤੇ ਜਾਂ 22 ਕੈਰਟ ਦਾ। 24 ਕੈਰਟ ਦਾ ਗਹਿਣਾ ਨਹੀਂ ਹੈ। ਅਸੀਂ ਕੀ ਆ? ਗਹਿਣੇ। ਰੱਬ ਕੀ ਹੈ? ਸੋਨਾ। ਉਹਨੇ ਸਾਨੂੰ ਬਣਾਉਣ ਲੱਗਿਆ ਨਾ ਵਿੱਚ ਥੋੜੀ ਜੀ ਕੀ ਰੱਖੀ? ਮਿਲਾਵਟ। ਉਹ ਜਿਹੜੀ ਮਿਲਾਵਟ ਨਾ ਉਹ ਸਾਨੂੰ ਉਹਦੇ ਤੱਕ ਪਹੁੰਚਣ ਹੀ ਨਹੀਂ ਦਿੰਦੀ। ਤੇ ਗੁਰੂ ਕੀ ਹੈ? ਸੁਨਿਆਰਾ। ਇਹ ਕੀ ਕਰਦਾ? ਕਸਵੱਟੀ ਤੇ ਰੱਖਦਾ। ਫਿਰ ਸਾਡੇ ਅੰਦਰੋਂ ਅਸ਼ੁੱਧਤਾ ਖਤਮ ਕਰਦਾ। ਫਿਰ ਕੀ ਹੁੰਦਾ? ਰੱਬ ਦਾ ਰੂਪ। ਉਹ ਸ਼ੁੱਧ ਹੈ। ਅਕਾਲ ਪੁਰਖ ਵਿੱਚ ਕੋਈ ਮਿਲਾਵਟ ਨਹੀਂ, ਕੋਈ ਔਗਣ ਨਹੀਂ। ਆ ਸਾਡੇ ਕੋਲ ਕੀ ਹੈ? ਔਗਣ। ਤੇ ਗੁਰੂ ਕੀ ਕਰਦਾ? ਕਸਵੱਟੀ ਤੇ ਰੱਖਦਾ। ਕਸਵੱਟੀ ਤੇ ਰੱਖ ਕੇ ਸਾਡੇ ਵਿੱਚੋਂ ਔਗਣ ਕੱਢਦਾ। ਜਿੱਦਣ ਔਗਣ ਮਿਟ ਜਾਂਦੇ ਨੇ ਉਦਣ ਫਿਰ ਅਸੀਂ ਸੋਨੇ ਦਾ ਰੂਪ ਬਣ ਜਾਂਦੇ ਆ। ਬਸ ਉਹ ਜਿਹੜਾ ਗਹਿਣੇ ਬਣਨਾ ਨਾ, ਉਹ ਗਹਿਣੇ ਬਣਿਆ ਹੋਇਆ ਸਾਨੂੰ ਇਹ ਦਰਸਾ ਰਿਹਾ ਵੀ ਅਸੀਂ ਸੋਨੇ ਤੋਂ ਵੱਖਰੇ ਆ। ਪਰ ਜੇ ਕਿਤੇ ਸੁਨਿਆਰੇ ਦੇ ਸਾਹਮਣੇ ਦਈਏ ਰੱਖ, ਉਹ ਕਹਿੰਦਾ ਵੀ ਨਹੀਂ, ਫਰਕ ਕੋਈ ਨਹੀਂ ਹੈ।
ਬਸ ਆ 2 ਪਲ ਦੀ 4 ਪਲ ਦੀ ਖੇਡ ਹੈ। ਆ ਮੇਰੇ ਕੋਲ ਬੈਠ, ਮੈਂ ਤੈਨੂੰ ਕਸਵੱਟੀ ਤੇ ਰੱਖਦਾ ਤੇ ਤੇਰੇ ਵਿਚਲੀ ਮਿਲਾਵਟ ਖਤਮ ਕਰ, ਮੈਂ ਤੈਨੂੰ ਵਿਖਾਉਣਾ ਵੀ ਤੇਰੇ ਤੇ ਉਹਦੇ ਵਿੱਚ ਫਰਕ ਕੋਈ ਨਹੀਂ ਹੈ। ਫਿਰ ਸਮਝ ਲੱਗਦੀ ਵੀ ਵਾਕਈ ਸਾਡੇ 'ਚ ਤੇ ਫਰਕ ਹੀ ਕੋਈ ਨਹੀਂ। ਅਜੇ ਤੱਕ ਅਸੀਂ ਗਹਿਣੇ ਰੂਪ ਬਣ ਕੇ ਆਪਣੇ ਆਪ ਨੂੰ ਇਹੀ ਕਹੀ ਜਾਂਦੇ ਆ ਵੀ ਅਸੀਂ ਰੱਬ ਤੋਂ ਵੱਖਰੇ ਹਾਂ। ਤੇ ਮਾਲਕ ਗੁਰੂ ਰਾਮਦਾਸ ਸਾਹਿਬ ਅੱਜ ਕਹਿੰਦੇ ਮੁੰਦ ਇਆਣੀ ਪਈ ਜੜੈ, ਕਿਉਂ ਕਰ ਹਰ ਦਰਸ਼ਨ ਪਿਖੈ। ਜੇ ਵੇਖਣਾ ਚਾਹੁੰਦੀ ਹੈ ਤੇ ਫਿਰ ਆਪਣੇ ਆਪੇ ਦੀ ਪੜਚੋਲ ਕਰ, ਆਪਣੇ ਅੰਦਰੋਂ ਵੇਖ। ਹਰ ਹਰ ਆਪਣੀ ਕਿਰਪਾ ਕਰੇ। ਕਹਿੰਦੇ ਜੇ ਕਿਤੇ ਉਹ ਅਕਾਲ ਪੁਰਖ ਪਰਮੇਸ਼ਵਰ ਆਪਣੀ ਰਹਿਮਤ ਕਰ ਦਵੇ, ਫਿਰ ਗੁਰਮੁਖ ਸਾਹੁਰੜੈ ਕੰਮ ਸਿੱਖੈ। ਕਿਹਦੇ ਕੋਲੋਂ ਸਿੱਖੇ? ਗੁਰੂ ਕੋਲੋਂ। ਗੁਰੂ ਇੱਕ ਮਾਂ ਬਣ ਗਈ, ਗੁਰੂ ਇੱਕ ਪਿਤਾ ਬਣ ਗਿਆ। ਗੁਰੂ ਨੇ ਮਾਂ ਤੇ ਪਿਤਾ ਬਣ ਕੇ ਕੀ ਕੀਤਾ? ਜੀਵ ਇਸਤਰੀ ਨੂੰ ਸਹੁਰੇ ਘਰ ਵਾਸਤੇ ਕੰਮ ਸਿਖਾਇਆ, ਮਤਲਬ ਚੰਗੇ ਗੁਣ ਦਿੱਤੇ। ਧੀਏ ਪੇਕੇ ਪਰਿਵਾਰ 'ਚ ਤੇ ਜਿਵੇਂ ਸੀ ਰਾਜ ਕੀਤਾ ਤੂੰ। ਧੀ ਅਸੀਂ ਇਹ ਸਮਾਜ ਦੇ ਹੀ ਬੋਲੇ ਨੇ ਵੀ ਧੀ ਆਪਣੇ ਪਿਤਾ ਦੇ ਘਰ 'ਚ ਰਾਜ ਕਰਦੀ, ਉਹ ਜਿੱਦਾਂ ਦੀ ਵੀ ਹੈ। ਉਹਨੂੰ ਕੋਈ ਕਾਰ ਆਉਂਦੀ, ਵਿਹਾਰ ਆਉਂਦਾ ਨਹੀਂ ਆਉਂਦਾ, ਆਪਣੇ ਬਾਪੂ ਦੇ ਘਰ 'ਚੋਂ ਰਾਜ ਕਰਦੀ। ਤੇ ਜਦੋਂ ਸਹੁਰੇ ਘਰ 'ਚ ਚਲੀ ਜਾਏ, ਸਹੁਰੇ ਘਰ 'ਚ ਜਾ ਕੇ ਰਾਜ ਕਰਨ ਵਾਸਤੇ ਆਪਣੇ ਗੁਣਾਂ ਦਾ ਪ੍ਰਗਟਾਵਾ ਕਰਨਾ ਪੈਂਦਾ। ਉਹ ਅਗਲੇ ਇਹ ਨਹੀਂ ਕਹਿੰਦੇ ਵੀ ਤੂੰ ਬਾਪੂ ਦੇ ਘਰ 'ਚੋਂ ਕਿਵੇਂ ਆਈ, ਅਗਲੇ ਇਹ ਕਹਿੰਦੇ ਵੀ ਇੱਥੇ ਆ ਕੇ ਸਾਡਾ ਘਰ ਸਾਂਭ ਸਕਦੀ ਹੈ, ਆਹ ਘਰ ਸੰਭਾਲ ਸਕਦੀ। ਜੇ ਤੇ ਗੁਣ ਹੋਣ ਤੇ ਫਿਰ ਸੰਭਾਲ ਲੈਂਦੀ, ਤੇ ਜੇ ਗੁਣ ਨਾ ਹੋਣ ਫਿਰ ਨਾ ਅਦਬ ਨਾ ਸਤਿਕਾਰ, ਹਰ ਟਾਈਮ ਦੁੱਖ ਔਰ ਤਕਲੀਫ। ਤੇ ਬਾਪੂ ਜੀ ਕਹਿੰਦੇ ਵੀ ਗੁਰੂ ਨੇ ਨਾ ਰਹਿਮਤ ਕੀਤੀ, ਹਰੀ ਪ੍ਰਮਾਤਮਾ ਨੇ ਕਿਰਪਾ ਕੀਤੀ, ਗੁਰੂ ਪਰਮੇਸ਼ਵਰ ਜੀ ਨੇ, ਗੁਰੂ ਜੀ ਨੇ ਆਪ ਬਖਸ਼ਿਸ਼ ਕਰਕੇ ਸਾਨੂੰ ਸਹੁਰੇ ਪਰਿਵਾਰ ਵਿੱਚ ਮਾਣ ਸਤਿਕਾਰ ਵਾਸਤੇ ਚੰਗੇ ਗੁਣਾਂ ਦੀ ਦਾਤ ਬਖਸ਼ਿਸ਼ ਕੀਤੀ। ਸਹੁਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ। ਸਹੀਆਂ ਵਿੱਚ ਫਿਰੈ ਸੋਹੇਲੀ ਹਰ ਦਰਗਾਹ ਬਾਹ ਲੁੜਾਏ। ਸਾਹਿਬ ਕਹਿੰਦੇ ਸਾਹੁਰੜੈ ਕੰਮ ਸਿੱਖੈ ਗੁਰਮੁਖ, ਗੁਰੂ ਦੇ ਰਾਹੀਂ ਸਹੁਰੇ ਘਰ ਵਾਸਤੇ ਕਾਰਜ ਸਿੱਖ ਲਏ। ਹੁਣ ਹਰ ਹਰ ਸਦਾ ਧਿਆਏ, ਤੇ ਹੁਣ ਕੀ ਕਰਦੀ? ਰੱਬ ਰੱਬ ਕਰਦੀ। ਜੀਵ ਇਸਤਰੀ ਹਰ ਵੇਲੇ ਰੱਬ ਜੀ ਨੂੰ ਚੇਤੇ ਕਰਦੀ, ਮਤਲਬ ਆਪਣੇ ਕੰਤ ਨੂੰ ਚੇਤੇ ਕਰਦੀ। ਉਹ ਜਿਹੜੀ ਹਰ ਵਕਤ ਆਪਣੇ ਕੰਤ ਨੂੰ ਚੇਤੇ ਕਰ ਰਹੀ ਹੈ, ਸਾਹਿਬ ਕਹਿੰਦੇ ਸਹੀਆਂ ਵਿੱਚ ਫਿਰੈ ਸੁਹੇਲੀ, ਉਹ ਬੜੀ ਸੌਖੀ ਹੈ। ਹੁਣ ਸੌਖੀ ਤੋਂ ਭਾਵ ਬੜੀ ਪ੍ਰਸੰਨ, ਕਿੱਥੇ? ਆਪਣੀਆਂ ਸਖੀਆਂ ਵਿੱਚ। ਸਖੀਆਂ ਭਾਵ ਸਤ ਸੰਗੀਆਂ ਵਿੱਚ। ਰੱਬ ਦੇ ਪਿਆਰੇ ਜਿੰਨੇ ਸਤ ਸੰਗੀ ਰੂਪ ਨੇ ਉਹਨਾਂ ਦੇ ਵਿੱਚ ਸੁਖੇਲੀ, ਉਹ ਵੀ ਸੌਖੀ ਹੋ ਗਈ। ਹੁਣ ਹਰ ਦਰਗਾਹ ਬਾਂਹ ਲੁਡਾਏ, ਤੇ ਹੁਣ ਰੱਬ ਜੀ ਵੱਲ ਬਾਂਹ ਕਰਕੇ ਕਹਿੰਦੀ ਹੈ ਕਿ ਉਹ ਮੇਰਾ ਕੰਤ ਹੈ, ਉਹ ਮੇਰਾ ਪਤੀ ਹੈ, ਉਹ ਮੇਰਾ ਪਰਮੇਸ਼ਵਰ ਹੈ। ਭਾਵ ਮਾਣ ਦੇ ਨਾਲ, ਬੜੇ ਫਖਰ ਦੇ ਨਾਲ, ਬੇਫਿਕਰੀ ਹੋ ਕੇ ਹੁਣ ਕੀ ਕਹਿੰਦੀ? ਉਹ ਮੇਰਾ ਕੰਤ ਹੈ, ਉਹ ਮੇਰਾ ਪਤੀ ਹੈ। ਤੇ ਅੱਗੋਂ ਉਹ ਕੰਤ ਵੀ ਹਾਮੀ ਭਰ ਦਏ ਵੀ ਇਹ ਸੱਚਮੁੱਚ ਮੇਰੀ ਪਤਨੀ ਹੈ। ਸਤ ਸੰਗੀਆਂ ਵਿੱਚ ਸੁਹੇਲੀ ਹੋ ਜਾਂਦੀ, ਸੌਖੀ ਹੋ ਜਾਂਦੀ ਜੀਵ ਇਸਤਰੀ। ਪਰ ਜਦੋਂ ਅਕਾਲ ਪੁਰਖ ਪਰਮੇਸ਼ਵਰ ਆਪ ਜੀਵ ਇਸਤਰੀ ਨੂੰ ਪ੍ਰਵਾਨ ਕਰ ਲਵੇ। ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ। ਮੁੰਦ ਇਆਣੀ ਪਈੜੈ ਗੁਰਮੁਖ ਹਰ ਦਰਸ਼ਨ ਦਿਖੈ। ਫਿਰ ਆਖਿਆ ਕਹਿੰਦੇ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ।
ਕਿਰਖ ਹੈ ਜਿਹੜਾ ਲਫ਼ਜ਼ ਹੈ ਨਾ, ਇਹਦਾ ਜਦੋਂ ਆਖਰੀ ਅਰਥ ਕਰਦੇ ਆ ਤੇ ਹੱਲ ਦੇ ਨਾਲ ਕਿਰਸਾਨ ਜਿਹੜੀਆਂ ਲਕੀਰਾਂ ਖਿੱਚਦਾ ਨਾ, ਉਹਨੂੰ ਕਹਿੰਦੇ ਕਿਰਖ ਹੈ। ਇੱਥੇ ਇਹ ਲਫ਼ਜ਼ ਇਸ ਕਰਕੇ ਵਰਤਿਆ ਵੀ ਜਿਹੜਾ ਤੇਰੇ ਕਰਮਾਂ ਦਾ ਨਤੀਜਾ ਸੀ, ਉਹਨੇ ਕੀ ਕੀਤਾ, ਅਕਾਲ ਪੁਰਖ ਪਰਮੇਸ਼ਵਰ ਨੇ, ਪਤੀ ਨੇ ਕੀ ਕੀਤਾ, ਕਿਰਖ ਹੈ ਉੱਤੇ ਲਕੀਰ ਫੇਰਤੀ। ਚਿੰਤਾ ਛੱਡ, ਹੁਣ ਬੇਫਿਕਰ ਹੋ ਜਾ, ਚਿੰਤਾ ਛੱਡ, ਅਚਿੰਤ ਰਹੋ। ਹੁਣ ਅਚਿੰਤ ਰਹਿ, ਕਿਉਂਕਿ ਤੈਨੂੰ ਸਾਂਭਣ ਵਾਲਾ ਤੇਰਾ ਕੰਤ ਤੇਰੇ ਸਿਰ ਤੇ ਮੌਜੂਦ ਹੈ। ਹਰ ਪਾਸਿਓਂ ਤੇਰੀ ਸੰਭਾਲ ਕਰਨ ਵਾਲਾ, ਹਰ ਪਾਸਿਓਂ ਤੈਨੂੰ ਰੱਖਣ ਵਾਲਾ ਤੇਰਾ ਕੰਤ ਤੇਰੇ ਸਿਰ ਤੇ ਮੌਜੂਦ ਹੈ। ਤੂੰ ਉਸ ਕੰਤ ਨੂੰ ਚੰਗੀ ਲੱਗ ਗਈ ਹੈ ਜਿਹੜਾ ਕੰਤ ਧਰਮ ਰਾਏ ਦੇ ਲੇਖੇ ਤੋਂ ਵੀ ਛੁਡਵਾ ਲੈਂਦਾ, ਜਾਂ ਉਸ ਕੰਤ ਨੂੰ ਤੂੰ ਭਾਈ ਹੈ ਜਿਹੜੇ ਕੰਤ ਨੇ ਨਾ ਕਦੇ ਮਰਨਾ ਤੇ ਨਾ ਜਾਣਾ। ਤੂੰ ਸਦੀਵ ਸੁਹਾਗਣ ਹੈ, ਤੇਰਾ ਕੰਤ ਤੇਰੇ ਸਿਰ ਤੋਂ ਕਦੇ ਜਾਏਗਾ ਨਹੀਂ। ਉਸ ਕੰਤ ਨੂੰ ਜੀਵ ਇਸਤਰੀਏ ਤੂੰ ਭਾ ਗਈ ਹੈ। ਤੇ ਸਾਹਿਬ ਜੀ ਆਖਰੇ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਹਰੀ ਹਰੀ ਜਪ ਕੇ। ਨਾਮ ਕ੍ਰਿਖੈ, ਰੱਬ ਜੀ ਦੇ ਨਾਮ ਨੂੰ ਜਪਦਿਆਂ ਹੋਇਆਂ, ਨਾਮ ਅਰਾਧਦਿਆਂ ਹੋਇਆਂ ਉੱਤੇ ਲਕੀਰ ਫੇਰਤੀ, ਜਿਹਨੂੰ ਬਾਪੂ ਜੀ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ। ਜਨ ਨਾਨਕ ਲੇਖਾ ਸਮਝਾ, ਇੱਕ ਵੀ ਨਹੀਂ ਰਿਹਾ, ਸਾਰਿਆਂ ਤੋਂ ਖਹਿੜਾ ਛੁੱਟ ਗਿਆ। ਲੇਖਾ ਤੇ ਤਾਂ ਹੋਏਗਾ ਨਾ ਜੇ ਕਾਗਜ਼ ਹੋਣਗੇ, ਅਤੇ ਕਾਗਜ਼ ਹੀ ਨਿਬੇੜ ਤੇ। ਹਿਸਾਬ ਕਰਨਾ ਹੋਵੇ ਨਾ, ਅਸੀਂ ਵਹੀਆਂ ਫਰੋਲਦੇ ਆ, ਤੇ ਜੇ ਵਹੀ ਸਾਡੀ ਨੂੰ ਅੱਗ ਹੀ ਲੱਗ ਜਾਏ ਫਿਰ ਸਾਡੇ ਕੋਲ ਪ੍ਰੂਫ ਕੋਈ ਨਹੀਂ। ਹੁਣ ਜਦੋਂ ਪ੍ਰੂਫ ਹੀ ਕੋਈ ਨਹੀਂ, ਹਿਸਾਬ ਕੀ ਕਰਾਂਗੇ? ਤੇ ਰੱਬ ਜੀ ਦੇ ਪ੍ਰੇਮ ਸਦਕਾ ਕੀ ਹੋਇਆ, ਕਹਿੰਦੇ ਉਸ ਪਰਮੇਸ਼ਵਰ ਜੀ ਨੇ ਰਹਿਮਤ ਕੀਤੀ, ਗੁਰੂ ਨੇ ਕਿਰਪਾ ਕੀਤੀ, ਐਸਾ ਰੱਬੀ ਨਾਮ ਝੋਲੀ ਵਿੱਚ ਪਾਇਆ, ਧਰਮ ਰਾਏ ਦਰ ਕਾਗਦ ਫਾਰੇ। ਉਹ ਲੇਖਾ ਹੀ ਪਾੜ ਦਿੰਦਾ। ਹਿਸਾਬ ਤੇ ਬੜੀ ਦੂਰ ਦੀ ਗੱਲ ਹੈ, ਫਲ ਤੇ ਬੜੀ ਦੂਰ ਦੀ ਬਾਤ ਹੈ। ਉਹਨੇ ਲੇਖਾ ਹੀ ਨਿਬੇੜ ਦਿੱਤਾ ਹੈ ਵੀ ਸੱਜਣਾ, ਅੱਜ ਤੋਂ ਤੇਰਾ ਇਹਨਾਂ ਸਾਰੇ ਕਰਮਾਂ ਤੋਂ ਛੁਟਕਾਰਾ ਹੋ ਗਿਆ। ਹੁਣ ਜਦੋਂ ਛੁਟਕਾਰਾ ਹੋਇਆ, ਇਹ ਉਹ ਪਾਖੀ ਹੈ ਨਾ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਜ਼ਿਕਰ ਕਰਦੇ, ਜੈਸੇ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁਰ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਈ ਪ੍ਰਭ ਆਗੇ ਮਾਰਗ ਪਾਵੇ। ਰੱਖਿਆ ਕਿਤੇ ਚੇਤੇ ਉਹਨੇ ਔਗਣ? ਨਹੀਂ। ਜੇ ਅਸੀਂ ਔਗਣ ਕਮਾ ਰਹੇ ਹਾਂ ਜਾਂ ਔਗਣ ਕਮਾਏ ਨੇ, ਤੇ ਗੁਰੂ ਕੋਲ ਆ ਕੇ ਕੀ ਕਹਿਣਾ? ਰਾਮਈਆ ਹਾਂ ਬਾਰਿਕ ਤੇਰਾ, ਕਾਹੇ ਨਾ ਖੰਡਸ ਔਗਣ ਮੇਰਾ। ਪਰ ਇੱਕ ਖਿਆਲ ਇਹ ਵੀ ਰੱਖੀਏ ਵੀ ਇੱਕ ਵਾਰੀ ਆ ਕੇ ਕਹਿਤਾ ਰਾਮਈਆ ਹਾਂ ਬਾਰਿਕ ਤੇਰਾ, ਕਾਹੇ ਨਾ ਖੰਡਸ ਔਗਣ ਮੇਰਾ, ਉਹਨੇ ਬਖਸ਼ਤਾ, ਤੇ ਮੈਂ ਫੇਰ ਜਾ ਕੇ ਉਹੀ ਕੰਮ ਕਰੀ ਜਾਵਾਂ, ਫਿਰ ਲੇਖਾ ਸ਼ੁਰੂ ਕਰ ਲਾਂ ਵੀ ਆਪਣਾ ਤੇ ਇੱਕ ਵਾਰੀ ਪਾੜ ਗਿਆ, ਹੁਣ ਦੁਬਾਰਾ ਲੇਖਾ ਸ਼ੁਰੂ ਕਰ ਲੈਨੇ। ਪਿਤਾ ਇੱਕ ਵਾਰੀ ਸਮਝਾਏਗਾ, 2 ਵਾਰੀ ਸਮਝਾਏਗਾ, 3 ਵਾਰੀ ਸਮਝਾਏਗਾ, ਅਖੀਰ ਉਹਨੇ ਪਾਸਾ ਵੱਟ ਜਾਣਾ। ਵੇਖੋ ਨਾ, ਪੁੱਤਰ ਨੂੰ, ਧੀ ਨੂੰ ਪਰਿਵਾਰ ਨੇ ਸਮਝਾਇਆ ਵੀ ਧੀਏ ਜਾਂ ਪੁੱਤਰਾ ਆਹ ਕਰਮ ਨਹੀਂ ਕਰਨਾ, ਉਹਨਾਂ ਰੋਕਿਆ, ਉਹ ਨਹੀਂ ਰੋਕਿਆ। ਫਿਰ ਉਸੇ ਕਰਮਾਂ, ਜਦੋਂ ਬਿਲਕੁਲ ਪਰਿਵਾਰ ਬੇਵੱਸ ਹੋ ਜਾਂਦਾ, ਫਿਰ ਕੀ ਕਹਿੰਦੇ ਵੀ ਅੱਜ ਤੋਂ ਬਾਅਦ ਤੇਰਾ ਸਾਡੇ ਨਾਲ ਕੋਈ ਸੰਬੰਧ ਨਹੀਂ, ਤੂੰ ਪਾਸੇ ਤੇ ਅਸੀਂ ਪਾਸੇ, ਤੂੰ ਸਾਡੇ ਲਈ ਮਰ ਗਿਆ ਤੇ ਅਸੀਂ ਤੇਰੇ ਲਈ ਮਰ ਗਏ, ਜੋ ਸਮਾਜ 'ਚ ਲਫ਼ਜ਼ ਵਰਤੇ ਜਾਂਦੇ। ਤੇ ਜੇ ਗੁਰੂ ਵਾਲੇ ਪਾਸਿਓਂ ਅਸੀਂ ਇਸ ਤਰੀਕੇ ਹੋ ਗਏ ਤੇ ਫਿਰ ਸਾਂਭੇਗਾ ਕੌਣ? ਸਮਾਜ ਤੋਂ ਧੱਕੇ ਵੱਜਿਆਂ ਦਾ ਕੋਈ ਨਾ ਕੋਈ ਇਲਾਜ ਰੱਬ ਕਰ ਲੈਂਦਾ, ਪਰ ਜਦੋਂ ਰੱਬ ਕੋਲੋਂ ਧੱਕੇ ਵੱਜਣ ਲੱਗ ਜਾਣ ਨਾ, ਗੁਰੂ ਕੋਲੋਂ, ਕਿਉਂਕਿ ਜਦੋਂ ਸਾਰਾ ਸਮਾਜ ਧੱਕੇ ਮਾਰਦਾ ਨਾ ਸਮਾਜਿਕ ਤੌਰ ਤੇ
ਤੇ ਬੰਦੇ ਨੂੰ ਆਪਣਾ ਘਰ ਨਜ਼ਰ ਹੀ ਆ ਜਾਂਦਾ ਵੀ ਆਹ ਆਪਣੇ ਕੋਲ ਹੈ, ਕੋਈ ਨਹੀਂ, ਲੋਕ ਧੱਕੇ ਮਾਰਦੇ, ਮਾਰਨ ਦਿਓ, ਮੇਰੇ ਘਰ ਚੋਂ ਤੇ ਧੱਕੇ ਨਹੀਂ ਨਾ ਵੱਜਣਗੇ, ਆਪਾਂ ਉੱਥੇ ਆ ਜਾਾਂਗੇ। ਤੇ ਜੇ ਕਿਤੇ ਆਪਣੇ ਘਰ ਤੋਂ ਹੀ ਧੱਕੇ ਵੱਜ ਜਾਣ ਫਿਰ ਕਿੱਥੇ ਜਾਏਗਾ? ਫਿਰ ਕੋਈ ਥਾਂ ਨਹੀਂ। ਜੇ ਸਮਾਜ ਚੋਂ ਧੱਕੇ ਵੱਜਣ, ਸੰਸਾਰ ਤੋਂ ਧੱਕੇ ਵੱਜਣ, ਤੇ ਇਲਾਜ ਹੈ ਰੱਬ ਦਾ ਘਰ, ਗੁਰੂ ਦਾ ਘਰ। ਤੇ ਜੇ ਗੁਰੂ ਦੇ ਘਰ ਤੋਂ ਹੀ ਧੱਕੇ ਵੱਜ ਜਾਣ ਫਿਰ ਕੋਈ ਇਲਾਜ ਨਹੀਂ। ਇਸ ਲਈ ਸਾਹਿਬ ਜੀ ਕਹਿੰਦੇ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕ੍ਰਿਖੈ। ਜਦੋਂ ਰੱਬ ਰੱਬ ਕੀਤਾ, ਰੱਬ ਨੂੰ ਜਪਿਆ, ਰੱਬ ਅਰਾਧਿਆ, ਤੇ ਉਹਨੇ ਕੀ ਕੀਤਾ? ਲੇਖੇ ਤੋਂ ਛੁਡਾ ਲਿਆ। ਤੇ ਜਿਹੜਾ ਸਵਾਲ ਸਤਿਗੁਰੂ ਨੇ ਆਰੰਭਤਾ 'ਚ ਕੀਤਾ ਸੀ, ਜਾਂ ਆਰੰਭਤਾ ਵਿੱਚ ਮਾਲਕ ਜੀ ਨੇ ਬਚਨ ਕੀਤੇ, ਮੁੰਦ ਇਆਣੀ ਪਈੜੈ ਕਿਉਂ ਕਰ ਹਰ ਦਰਸ਼ਨ ਭਿਖੈ, ਵੀ ਤੂੰ ਰੱਬ ਜੀ ਦੇ ਦਰਸ਼ਨ ਕਿਵੇਂ ਕਰੇ? ਸ਼ਬਦ ਦੇ ਪਦੇ ਦੇ ਅਖੀਰ ਵਿੱਚ ਆ ਕੇ ਕਹਿੰਦੇ, ਮੁੰਦ ਇਆਣੀ ਪਈੜੈ, ਹੇ ਇਆਣੀਏ, ਪੇਕੇ ਘਰ ਵਿੱਚ ਅਣਜਾਣ ਇਸਤਰੀਏ, ਗੁਰਮੁਖ ਹਰ ਦਰਸ਼ਨ ਦਿਖੈ। ਕਿਉਂ ਕਰ ਹਰ ਦਰਸ਼ਨ ਭਿਖੈ, ਗੁਰਮੁਖ ਹਰ ਦਰਸ਼ਨ ਦਿਖੈ। ਜਦੋਂ ਗੁਰੂ ਵਾਲੀ ਬਣ ਗਈ ਨਾ, ਜੇ ਕਿਤੇ ਗੁਰੂ ਕੇ ਗਿਆਨ ਨੂੰ ਹਾਸਲ ਕਰ ਲਏ, ਗੁਰੂ ਕੇ ਉਪਦੇਸ਼ ਨੂੰ ਹਾਸਲ ਕਰ ਲਏ, ਤੇ ਫਿਰ ਕੀ ਹੋਏਗਾ? ਹਰ ਦਰਸ਼ਨ ਦਿਖੈ। ਫਿਰ ਉਹੀ ਪਰਮੇਸ਼ਵਰ ਜਿਹਦੀ ਦਰਸ਼ਨਾਂ ਦੀ ਲਾਲਸਾ, ਜਾਂ ਜਿਹਨੂੰ ਵੇਖਣ ਦੀ ਲਾਲਸਾ ਆਪਣੇ ਹਿਰਦੇ 'ਚ ਰੱਖ ਕੇ ਬੈਠੀ ਆ ਜੀਵ ਇਸਤਰੀਏ, ਉਹੀ ਦਰਸ਼ਨ ਤੈਨੂੰ ਉਹਦੇ ਹੋ ਜਾਣਗੇ। ਪਰ ਜੇ ਕਿਤੇ ਗੁਰੂ ਵਾਲੀ ਬਣ ਜਾਏ, ਗੁਰੂ ਵਾਲੀ ਤੋਂ ਭਾਵ ਜੇ ਕਿਤੇ ਗੁਰੂ ਵਿਚੋਲਾ ਬਣਾ ਲਏ। ਇਹਨੂੰ ਸਮਾਜਿਕ ਤੌਰ ਤੇ ਜੇ ਆਪਾਂ ਸਮਝੀਏ ਨਾ, ਵਿਚੋਲਾ ਜਿਹੜਾ ਉਹ ਪਰਿਵਾਰਾਂ ਨੂੰ ਇੱਕ ਦੂਜੇ ਦੇ ਸਾਹਮਣੇ ਬਿਠਾਉਣ ਤੋਂ ਪਹਿਲਾਂ ਤਸਵੀਰ ਸਾਹਮਣੇ ਰੱਖ ਦਿੰਦਾ। ਲੜਕੀ ਵਾਲਿਆਂ ਕੋਲ ਲੜਕੇ ਦੀ, ਤੇ ਲੜਕੇ ਵਾਲਿਆਂ ਕੋਲ ਲੜਕੀ ਦੀ ਤਸਵੀਰ ਰੱਖਤੀ, ਵਿਚੋਲਾ। ਹੁਣ ਉਹ ਤਸਵੀਰ ਤੋਂ ਵੇਖ ਕੇ ਪਰਿਵਾਰ ਪਹਿਲੋਂ ਹਾਮੀ ਭਰਦੇ ਨੇ, ਹਾਂ ਜਾਂ ਨਾ। ਜੇ ਉਹ ਕਹਿਣ ਵੀ ਅਸੀਂ ਵੇਖਣਾ ਚਾਹੁੰਦੇ ਆ, ਤੇ ਫਿਰ ਵਿਚੋਲਾ ਕੀ ਕਰਦਾ? ਇੱਕ ਦਿਨ ਪੱਕਾ ਕਰ ਦਿੰਦਾ ਵੀ ਆਹ ਦਿਨ ਤੁਸੀਂ ਦੋਵੇਂ ਪਰਿਵਾਰ ਇੱਕ ਦੂਜੇ ਦੇ ਸਾਹਮਣੇ ਬੈਠ ਜਿਓ। ਅੱਗੇ ਤੁਸੀਂ, ਤੁਹਾਡੀ ਮਰਜ਼ੀ, ਤੁਹਾਡੀ ਇੱਛਾ, ਚੰਗਾ ਲੱਗੇ ਨਾ ਲੱਗੇ ਉਹ ਤੁਹਾਡੀ ਮਰਜ਼ੀ। ਆ ਜੀਵ ਇਸਤਰੀ ਜੇ ਕਿਤੇ ਗੁਰੂ ਨੂੰ ਵਿਚੋਲਾ ਬਣਾ ਲਏ, ਗੁਰੂ ਬਣ ਗਿਆ ਵਿਚੋਲਾ, ਗੁਰੂ ਨੇ ਤਸਵੀਰ ਰੱਖਤੀ ਸਾਹਮਣੇ ਅਕਾਲ ਪੁਰਖ ਪਰਮੇਸ਼ਵਰ ਦੀ, ਵੀ ਲੈ ਜੀਵ ਇਸਤਰੀਏ, ਆ ਵੇਖ ਲਾ, ਆ ਕੰਤ ਹੀ, ਆ ਕੰਤ ਹੈ ਜਿਹਦੇ ਨਾਲ ਤੇਰਾ ਸੰਬੰਧ ਜੁੜਨਾ। ਤਸਵੀਰ ਗੁਰੂ ਨੇ ਕੀ ਰੱਖੀ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆ ਤਸਵੀਰ ਰੱਖੀ। ਹੁਣ ਜੀਵ ਇਸਤਰੀ ਜੇ ਕਿਤੇ ਮਨ ਕਰਕੇ ਇਹਨੂੰ, ਇਸ ਤਸਵੀਰ ਨੂੰ ਪ੍ਰਵਾਨ ਲਏ, ਫਿਰ ਗੁਰ ਪ੍ਰਸਾਦ, ਫਿਰ ਗੁਰੂ ਕੀ ਕਿਰਪਾ ਵਰਤਦੀ। ਸੰਬੰਧ ਤੇ ਗੁਰੂ ਨਹੀਂ ਬਣਾਉਣਾ ਨਾ, ਫਿਰ ਗੁਰੂ ਵਿਸ਼ਟ ਬਣ ਜਾਂਦਾ, ਵਿਚੋਲਾ ਬਣ ਜਾਂਦਾ। ਜਦੋਂ ਗੁਰੂ ਵਸੀਠ ਬਣ ਗਿਆ, ਫਿਰ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਤੇ ਅੱਜ ਕੀ ਆਖਿਆ? ਗੁਰਮੁਖ ਹਰ ਦਰਸ਼ਨ ਦਿਖੈ। ਗੁਰੂ ਦੇ ਰਾਹੀਂ ਜੀਵ ਇਸਤਰੀ ਰੱਬ ਜੀ ਦੇ ਦੀਦਾਰ ਵੇਖ ਲੈਂਦੀ ਹੈ, ਰੱਬ ਜੀ ਦੇ ਦਰਸ਼ਨ ਵੇਖ ਲੈਂਦੀ ਹੈ। ਜਦੋਂ ਗੁਰੂ ਜੀ ਦਾ ਗਿਆਨ ਜ਼ਿੰਦਗੀ ਵਿੱਚ ਆ ਗਿਆ, ਗੁਰੂ ਜੀ ਕੀ ਸੋਝੀ, ਗੁਰੂ ਜੀ ਦਾ ਉਪਦੇਸ਼ ਜੀਵਨ ਵਿੱਚ ਆ ਗਿਆ, ਤੇ ਉਸ ਉਪਦੇਸ਼ ਸਦਕਾ ਫਿਰ ਕੀ ਹੋਇਆ? ਰੱਬ ਜੀ ਦੇ ਦੀਦਾਰ ਹੋਏ, ਜਿਹਨੂੰ ਗੁਰੂ ਅਰਜਨ ਸਾਹਿਬ ਪਾਵਨ ਸ਼ਲੋਕ ਵਿੱਚ ਆਖਦੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇੰਨਾ ਚਾਨਣ ਹੋ ਗਿਆ, ਜਿਸ ਕੰਤ ਨੂੰ ਮਿਲਣ ਦੀ ਕਦੇ ਲਾਲਸਾ ਸੀ, ਜਾਂ ਜਿਸ ਤਰ੍ਹਾਂ ਦਾ ਕੰਤ
ਆਪਣੇ ਜੀਵਨ ਵਿੱਚ ਹਾਸਲ ਕਰਨ ਦੀ ਲਾਲਸਾ ਸੀ। ਅੱਜ ਮੇਰੇ ਗੁਰੂ ਰੂਪ ਵਿਚੋਲੇ ਨੇ ਮੇਰੇ ਸਾਹਮਣੇ ਮੇਰਾ ਕੰਤ ਰੱਖ ਦਿੱਤਾ ਵੀ ਲੈ ਜੀਵ ਇਸਤਰੀਏ, ਆਹ ਕੰਤ ਹੀ ਜਿਹਦੇ ਨਾਲ ਤੇਰਾ ਸੰਬੰਧ ਜੁੜਨਾ ਹੁਣ ਤੇਰੇ ਉੱਤੇ ਨਿਰਭਰ ਕਰਦਾ ਹੈ। ਤੂੰ ਜ਼ਿੰਦਗੀ 'ਚ ਗੁਣ ਸਿੱਖਣੇ ਨੇ, ਆਪਣਾ ਸੰਬੰਧ ਬਣਾਉਣਾ ਕਿ ਫਿਰ ਔਗਣਾ ਵਿੱਚ ਹੀ ਡਿੱਗਣਾ। ਇੱਕ ਵਾਰੀ ਮੈਂ ਤੇਰਾ ਸੰਬੰਧ ਜੋੜ ਦੇਣਾ, ਇੱਕ ਵਾਰੀ ਮੈਂ ਤੇਰਾ ਸੰਬੰਧ ਬਣਾ ਦਿੰਨਾ, ਅੱਗੇ ਨਿਰਭਰ ਤੇਰੇ ਤੇ ਕਰਦਾ ਜੀਵ ਇਸਤਰੀਏ ਤੂੰ ਗੁਣ ਭਰਪੂਰ ਹੈ ਕਿ ਔਗਣ ਚੁੱਕੀ ਫਿਰਦੀ ਹੈ। ਜੇ ਤੇ ਗੁਣਾਂ ਨਾਲ ਭਰੀ ਹੈ ਫਿਰ ਤੇ ਉਹਦੇ ਨਾਲ ਸੰਬੰਧ ਬਣਿਆ ਰਹੇਗਾ, ਤੇ ਜੇ ਔਗਣ ਕਮਾਉਂਦੀ ਰਹੀ ਤੇ ਫਿਰ ਖਿਆਲ ਰੱਖੀ ਸੰਬੰਧ ਟੁੱਟ ਵੀ ਜਾਣਾ। ਬਸ ਗੁਣ ਕਿਤੇ ਜ਼ਿੰਦਗੀ ਵਿੱਚ ਭਰ ਜਾਣ, ਗੁਣ ਜੀਵਨ ਜਿਹੜਾ ਗੁਣ ਭਰਪੂਰ ਬਣ ਜਾਏ, ਇੱਕ ਵਾਰੀ ਸੰਬੰਧ ਬਣ ਜਾਏ, ਉਹ ਕੰਤ ਐਡਾ ਉਪਕਾਰੀ ਹੈ, ਐਡਾ ਕ ਬਖਸ਼ਿੰਦ ਹੈ, ਮੁੜ ਕੇ ਔਗਣਾ ਵਾਲੇ ਪਾਸੇ ਜਾਣ ਹੀ ਨਹੀਂ ਦਿੰਦਾ। ਪਰ ਇੱਕ ਵਾਰੀ ਤੇ ਔਗਣ ਤੇ ਆਗਣੇ ਪੈਣਗੇ ਨਾ, ਇੱਕ ਵਾਰੀ ਤੇ ਛੱਡਣੇ ਪੈਣਗੇ। ਛੱਡਾਂਗੇ ਤੇ ਉਹ ਰੱਬ ਜੀ ਆਪਣੇ ਗਲ ਨਾਲ ਲਾ ਲੈਣਗੇ। ਜਿਹਨੂੰ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਚ ਪੜ੍ਹਦੇ ਆ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ। ਜਿਹੜਾ ਕੰਤ ਨੂੰ ਚੋਲਾ ਹੀ ਚੰਗਾ ਨਹੀਂ ਲੱਗਾ, ਉਹ ਕੰਤ ਨੇ ਜੀਵ ਇਸਤਰੀ ਨੂੰ ਕੀ ਗੱਲ ਨਾਲ ਲਾਉਣਾ। ਫਿਰ ਸਤਿਗੁਰੂ ਜੀ ਕਹਿੰਦੇ ਹੁਣ ਜੇ ਕੰਤ ਦੇ ਗਲ ਨਾਲ ਲੱਗਣਾ ਚਾਹੁੰਦੀ ਹੈ ਜੀਵ ਇਸਤਰੀਏ, ਫਿਰ ਇਉਂ ਕਰ, ਆਪਣੇ ਜੀਵਨ ਦੇ ਵਿੱਚ ਉਹ ਚੋਲਾ ਧਾਰਨ ਕਰ ਜਿਹੜਾ ਕੰਤ ਨੂੰ ਚੰਗਾ ਲੱਗਦਾ। ਤੇ ਉਹਦੇ ਅੱਗੇ ਕੀ ਕਹੇ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਰੱਬ ਜੀਓ ਆਪੇ ਹੀ ਕਿਰਪਾ ਕਰਕੇ ਆਪਣਾ ਜੋ ਚੋਲਾ ਤੁਹਾਨੂੰ ਪਸੰਦ ਹੈ ਉਹੀ ਚੋਲਾ ਤਨ ਤੇ ਧਾਰਨ ਕਰਵਾ ਦਿਓ। ਆਪੇ ਕਿਰਪਾ ਕਰਕੇ ਆਪਣੇ ਰੰਗ ਵਿੱਚ ਰੰਗ ਲਓ। ਜਦੋਂ ਉਹ ਆਪ ਰਹਿਮਤ ਕਰਕੇ ਰੰਗਦਾ ਫਿਰ ਜੀਵ ਇਸਤਰੀ ਉਹਨੂੰ ਰਾਵਦੀ ਹੈ, ਉਹਦਾ ਆਨੰਦ ਮਾਣਦੀ ਹੈ। ਸਤਿਗੁਰੂ ਪਾਤਸ਼ਾਹ ਕਿਤੇ ਕਿਰਪਾ ਕਰਨ, ਸਾਨੂੰ ਵੀ ਉਸ ਦੇ ਪ੍ਰੇਮ ਰੂਪ ਪਟੋਲੇ ਵਿੱਚ ਰੰਗ ਲੈਣ, ਜਿਹਨੂੰ ਬਾਪੂ ਜੀ ਕਹਿੰਦੇ ਪ੍ਰੇਮ ਪਟੋਲਾ ਤੈਂ ਸ਼ਾਹ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰਨਾ ਜਾਣਾ ਤੇਰੀ। ਕਿਤੇ ਸਾਨੂੰ ਵੀ ਪ੍ਰੇਮ ਰੂਪ ਵਸਤਰ ਬਖਸ਼ਿਸ਼ ਕਰਨ, ਤਾਂ ਜੋ ਉਸ ਪ੍ਰੇਮ ਦੇ ਵਸਤਰ ਵਿੱਚ ਲਿਪਟੇ ਹੋਏ ਅਸੀਂ ਵੀ ਅਕਾਲ ਪੁਰਖ ਪਰਮੇਸ਼ਵਰ ਨੂੰ ਪਾ ਜਾਈਏ। ਸਾਡੇ ਜੀਵਨ ਅੰਦਰ ਵੀ ਗੁਣ ਭਰਪੂਰ ਜੀਵਨ ਬਣ ਜਾਏ। ਗੁਰੂ ਰਹਿਮਤ ਕਰੇ, ਜ਼ਿੰਦਗੀ ਵਿੱਚ ਚੰਗੇ ਗੁਣਾਂ ਦਾ ਵਾਸਾ ਹੋਵੇ, ਤਾਂ ਜੋ ਅਕਾਲ ਪੁਰਖ ਪਰਮੇਸ਼ਵਰ ਦੇ ਹਿਰਦੇ ਨੂੰ ਅਸੀਂ ਪਾ ਜਾਈਏ। ਇਸ ਲਈ ਗੁਰੂ ਸਾਹਿਬ ਅੱਗੇ ਨਿਤਾ ਪ੍ਰਤੀ ਅਰਜ਼ੋਈ ਕਰਦੇ ਰਿਹਾ ਕਰੋ। ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ ਆਪ ਮੁਕਤ ਮੋਹਿ ਤਾਰੈ।
ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਇਹ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ। ਮੰਦ ਇਆਣੀ ਪਈੜੈ, ਗੁਰਮੁਖ ਹਰ ਦਰਸ਼ਨ ਦਿਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।